ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਰਾਜੂ ਢਾਲੀਵਾਲ। ਤੁਸੀਂ ਦੇਖ ਰਹੇ ਹੋ ਤਨੂੰ ਟੀਵੀ। ਸੋ ਅੱਜ ਇੱਕ ਤਾਜੀ ਖਬਰ ਸਾਡੇ ਦਰਮਿਆਨ ਪਹੁੰਚੀ ਹੈ ਜੀ ਲੁਧਿਆਣੇ ਤੋਂ, ਜਿੱਥੇ ਇੱਕ 6 ਸਾਲ ਦੀ ਬੱਚੀ ਦੇ ਨਾਲ ਉਹਨਾਂ ਦਰਿੰਦਿਆਂ ਨੇ ਬਲਾਤਕਾਰ ਕਰਤਾ। ਸੋ ਕੁਛ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ। ਸੋ ਸਾਡੇ ਨਾਲ ਅੱਜ ਸਟੂਡੀਓ 'ਚ ਪਹੁੰਚੇ ਨੇ ਆਕਾਸ਼ ਅਰੋੜਾ ਜੀ ਔਰ ਜਸ਼ਨ ਜਗਰਾਓ। ਸੋ ਆਪਣੇ ਆਪਣੇ ਵਿਚਾਰ ਦੇਣਗੇ ਜੀ। ਸੋ ਬਾਈ ਜੀ, ਆਪਾਂ ਦੇਖਦੇ ਹਾਂ ਕਿ ਇਹ ਘਟਨਾਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਜੀ। ਇਹ ਕਿਉਂਕਿ ਅੱਜ ਦੀ ਨਹੀਂ ਹੈਗੀ ਜੀ ਗੱਲ, ਇਹ ਪਹਿਲਾਂ ਵੀ ਚੱਲਦੀ ਆਉਂਦੀ ਆ ਤੇ ਦਰਿੰਦਿਆਂ ਦੇ ਹੌਸਲੇ ਬੁਲੰਦ ਹੋਈ ਜਾਂਦੇ ਆ ਜੀ। ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਜੀ? ਉਹਨਾਂ ਦੇ ਹੌਸਲੇ ਇਸ ਕਰਕੇ ਵੱਧਦੇ ਆ ਕਿਉਂਕਿ ਸਰਕਾਰਾਂ ਨਾਲ ਆਪਣਾ ਸਿਸਟਮ ਨਾਲ ਉਹਨਾਂ ਦੇ ਜੀ ਕਿਸੇ ਦੇ ਕੋਈ ਫੜਨ ਜਾਂਦਾ ਪਹਿਲਾਂ ਹੀ ਫੋਨ ਵੱਜ ਜਾਂਦੇ ਆ ਜੀ। ਹੁਣ ਜਿਵੇਂ ਕੱਲ ਦਾ ਹੀ ਹੋਇਆ ਆਪਣੇ ਲੁਧਿਆਣਾ ਦੇ ਵਿੱਚ ਜੀ, ਉੱਥੇ ਪੁਲਿਸ ਨੇ ਅਜੇ ਤੱਕ ਕੁਝ ਨਹੀਂ ਕੀਤਾ ਜੀ। ਪੱਤਰਕਾਰ ਜ਼ਰੂਰ ਪਹੁੰਚ ਗਏ ਉੱਥੇ। ਤੇ ਆਕਾਸ਼ ਜੀ, ਤੁਹਾਡਾ ਕੀ ਕਹਿਣਾ ਜੀ? ਸਰ, ਜਿਵੇਂ ਮੈਂ ਕਹਾਂ ਐਜ਼ ਪੰਜਾਬ ਦੇ ਵਿੱਚ ਮੈਂ ਜਿਵੇਂ ਰਹਿ ਰਿਹਾ, ਇੱਕ ਭਾਰਤ ਦਾ ਨਿਵਾਸੀ ਹਾਂ ਜੀ, ਤਾਂ ਇੱਕ ਪਾਸੇ ਤਾਂ ਇਹ ਕਿਸਾਨਾਂ ਦੀ ਲੜਾਈ ਇੱਕ ਸੱਤਾ ਨਾਲ ਜੀ, ਇਕੱਲੀ ਕਿਸਾਨਾਂ ਦੀ ਲੜਾਈ ਨਹੀਂ ਹੈਗੀ ਜੀ। ਹਾਂਜੀ, ਇਹ ਲੜਾਈ ਵਿਕਾਊ ਮੀਡੀਆ, ਬਿਲਕੁਲ VIP ਕਲਚਰ, ਬਿਲਕੁਲ ਤੇ ਜਿਹੜੇ ਦਰਿੰਦੇ ਹੈ, ਜਿਹੜੇ ਨਹੀਂ ਦੇਖਦੇ ਵੀ ਇਹ ਕਿੰਨੀ ਕੁ ਛੋਟੀ ਬੱਚੀ ਹੈ, ਮਤਲਬ ਕਿੰਨੀ ਕੁ ਹੈਵਾਨੀਅਤ ਨਾਲ ਕਿਸੇ ਦਾ ਰੇਪ ਕਰਦੇ ਆ। ਇਹ ਖਾਸ ਕਰ ਇੰਡੀਆ ਦੇ ਵਿੱਚ ਹੀ ਹੁੰਦਾ ਜੀ। ਇਹਦਾ ਕਾਰਨ ਇਹ ਹੈ ਕਿ ਜਦੋਂ VIP ਕਲਚਰ, ਜਿਵੇਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਜੀ, ਵੀ ਛੋਟੇ ਮੋਟੇ ਬੰਦੇ ਦੇ ਫੋਨ ਜੇਬ ਦੇ ਵਿੱਚ ਮਿੰਨੇਤਾ ਪਿਆ ਜੀ, ਉਹ ਰੇਪ ਕਰ ਦਿੰਦਾ ਤੇ ਉੱਪਰ ਬਸ ਫੋਨ ਘੁੰਮ ਜਾਂਦਾ ਵੀ ਫਲਾਨੀ ਥਾਂ ਤੇ ਮੈਂ ਇਹ ਵਾਕਾ ਕਰਤਾ, ਤੁਸੀਂ ਹੈਂਡਲ ਕਰ ਲਓ, ਤੇ ਉੱਤੇ ਕਾਰਵਾਈ ਨਹੀਂ ਹੁੰਦੀ। ਬਿਲਕੁਲ ਜਾਨੀ ਸਿਸਟਮ ਨੂੰ ਇਹ ਸੋਚਣਾ ਚਾਹੀਦਾ 6 ਸਾਲ ਦੀ ਬੱਚੀ ਕਿੰਨੀ ਕੁ ਹੁੰਦਾ। ਚਲੋ ਚਾਹੇ 6 ਵੀ ਜਿਹੜੇ ਬੰਦੇ ਨੇ ਵੀ ਇਹ ਸੋਚਿਆ ਯਾਰ ਕੀ ਸੋਚਿਆ ਹੋਣਾ ਉਹਨੇ, ਕਿਉਂਕਿ ਬਾਈ ਜੀ ਇਹ ਚਲੋ ਲੁਧਿਆਣੇ ਦੀ ਤਾਂ ਗੱਲ ਹੈ, ਇਸ ਤੋਂ ਪਹਿਲਾਂ ਵੀ ਬਹੁਤ ਗੱਲਾਂ ਹੋਈਆਂ। ਤੇ ਕਿਉਂ ਨਹੀਂ ਇਹ ਦਰਿੰਦਿਆਂ ਨੂੰ ਸਿੱਧਾ ਫਾਂਸੀ ਦਾ ਹੁਕਮ ਸੁਣਾਉਂਦੀ ਸਰਕਾਰ? ਕਿਉਂ ਇਹਨੂੰ ਲੰਬਾ ਕਰ ਰਹੀ ਆ, ਕਿਉਂ ਡਿਲੇ ਕਰ ਰਹੀ ਆ? ਇੱਥੇ ਕਿੱਥੇ ਨਾਕਾਮੀਆਂ ਮੈਂ ਜੀ? ਇਹ ਸਾਰਿਆਂ 'ਚ ਹੀ ਹੋਇਆ ਵਾ। ਮੰਨ ਲਾ ਪਿਛਲੇ ਮਗਰ ਵੀ ਆਪਾਂ ਦੇਖ ਲਈਏ, ਬਿਲਕੁਲ ਇਹ ਚੀਜ਼ਾਂ ਹੁੰਦੀਆਂ ਵਾ ਜੀ। ਕਿਉਂਕਿ ਜਿਹੜੇ ਕਾਤਲ ਉਹ ਛੁੱਟ ਜਾਂਦੇ ਆ ਪੈਸਾ ਦੇ ਕੇ, ਜਾਂ ਆਪਣਾ ਸਿਸਟਮ ਆ ਜਿਵੇਂ ਚੱਲਦਾ ਵਾ ਉਹਦੇ ਪਿੱਛੇ ਲੱਗ ਕੇ ਹੋ ਜਾਂਦਾ। ਰੀਸੈਂਟਲੀ ਇੱਕ ਕੇਸ ਹੋਇਆ ਸੀ ਹਾਥਰਸ ਦੇ ਵਿੱਚ ਜੀ। ਹਾਥਰਸ ਦੇ ਵਿੱਚ ਕੁੜੀ ਨਾਲ ਉਹਦੇ ਸਰੀਰ ਨਾਲ ਬਰਬਰਤਾ ਕੀਤੀ ਗਈ ਜੀ। ਮੈਂ ਮਾਨਨੀय ਕੁਝ ਮੀਡੀਆ ਮਹੋਦਿਆਂ ਨੂੰ ਇਹ ਗੱਲ ਕਹਿਣਾ ਚਾਹੂੰਗਾ, ਸੁਧੀਰ ਚੌਧਰੀ ਜੀ, ਜਿਹੜੀ ਤੁਸੀਂ ਉਹ ਰੇਪ ਕੇਸ ਵਾਲੀ ਘਟਨਾ ਨੂੰ ਤੋੜ ਮੜੋੜ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ, ਇਹ ਬਹੁਤ ਹੀ ਸਰਾਸਰ ਗਲਤ ਹੈ। ਤੁਸੀਂ ਭਾਜਪਾ ਦਾ ਪੱਖ ਲੈ ਕੇ ਨਾ ਉਹ ਚੀਜ਼ਾਂ ਕਰਿਆ ਕਰੋ। UP ਦੇ ਵਿੱਚ ਜਿਵੇਂ ਯੋਗੀ ਦੀ ਸਰਕਾਰ ਹੈਗੀ ਹੈ, ਤੁਸੀਂ ਉਹਨਾਂ ਦਾ ਪੱਖ ਲੈ ਕੇ ਇਹ ਗੱਲ ਕੀਤੀ ਹੈ ਵੀ ਉਹ ਬੁੱਧੀਜੀਵੀ ਜਿਹੜੇ ਹੁੰਦੇ ਆ, ਉਹ ਜਿਹੜੇ ਕਿਤੇ ਸ਼ਾਹੀਨ ਬਾਗ ਵਾਲਾ ਕਿਤੇ ਉਹਨਾਂ ਨੇ ਮਾਮਲਾ ਦੁਹਰਾਉਣਾ ਸੀ, ਤਾਂ ਕਰਕੇ ਉਹਨਾਂ ਨੂੰ ਰਾਤ ਨੂੰ 12 ਵਜੇ ਪੁਲਿਸ ਨੂੰ ਉਹਦਾ ਅੰਤਿਮ ਸੰਸਕਾਰ ਕਰਨਾਗੇ ਪਿਆ। ਸਰ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਮੀਡੀਆ ਦੇ ਕਰਮੀ ਹੈ, ਉਹਨਾਂ ਨੂੰ ਇਸ ਮਾਮਲੇ ਨੂੰ ਕਿੱਦਾਂ ਪੇਸ਼ ਕੀਤਾ। ਉਹਨਾਂ ਨੇ ਇੱਦਾਂ ਪੇਸ਼ ਕੀਤਾ ਵੀ ਮੈਂ ਦੇਖੀ ਉਹਨਾਂ ਦੀ ਕਲਿੱਪ, ਵੀ ਉਹ ਕਹਿੰਦੇ ਵੀ 21 ਤਰੀਕ ਨੂੰ ਜਦੋਂ ਮੈਜਿਸਟ੍ਰੇਟ ਦੇ ਸਾਹਮਣੇ ਉਹ ਕੁੜੀ ਨੇ ਬਿਆਨਬਾਜ਼ੀ ਕੀਤੀ ਤਾਂ ਉਹ ਕਹਿੰਦੇ ਵੀ ਉਦੋਂ ਬੋਲ ਰਹੀ ਸੀ, ਹਾਲਾਂਕਿ ਉਹ ਬੋਲ ਰਹੀ ਨਹੀਂ ਸੀਗੀ, ਉਹਨੇ ਸਿਰਫ ਹਾਂ ਜਾਂ ਨਾ 'ਚ ਜਵਾਬ ਦਿੱਤਾ ਸੀਗਾ। ਤੇ ਉਹ ਗੱਲ ਨੂੰ ਮੀਡੀਆ ਨੇ ਚੱਕ ਕੇ ਤੇ ਉਹ ਕਹਿ ਰਹੇ ਸੀ ਵੀ ਉਹਦੀ ਕੁੜੀ ਦੀ ਜੀਭ ਨਹੀਂ ਵੱਢੀ ਗਈ, ਜੇ ਨਹੀਂ ਹੋਇਆ ਉਹ ਨਹੀਂ ਹੋਇਆ। ਜਦੋਂ ਇਸ ਗੱਲ ਦੀ ਖੋਜ ਕੀਤੀ ਕਿ 12 ਵਜੇ ਲਾਸ਼ ਦਾ ਸੰਸਕਾਰ ਕਿਉਂ ਕੀਤਾ, ਮਚਾਈ, ਯਾਨੀ ਕਿ ਸੰਸਕਾਰ ਨਹੀਂ ਕਹਿ ਸਕਦੇ, 12 ਵਜੇ ਕਹਿਣ ਦੇ ਮੁਤਾਬਿਕ ਵੀ ਉਹਨਾਂ ਦਾ ਇਹ ਸੀਗਾ ਵੀ ਜਿਹੜੇ ਲੋਕ ਸੀ, ਅਗਰ ਉਹ ਬੋਡੀ ਸੁਬਾਹ ਤੱਕ ਰਹਿੰਦੀ ਤਾਂ ਲੋਕ ਉਹਨੂੰ ਵਿੱਚ ਚੌਰਾਹੇ ਤੇ ਰੱਖ ਕੇ ਦੰਗਾ ਪ੍ਰਸਾਦ ਕਰਨਾ ਸੀ, ਬਿਲਕੁਲ ਪ੍ਰਦਰਸ਼ਨ ਕਰਨਾ ਸੀ, ਸ਼ੋਰ ਬਿਲਕੁਲ। ਤੇ ਰਾਤ ਨੂੰ ਤਾਂ ਹੀ ਉਹ 12 ਵਜੇ ਉਹਨਾਂ ਨੇ ਅੰਤਿਮ ਸੰਸਕਾਰ ਕੀਤਾ ਗਿਆ ਬੋਡੀ ਦਾ। ਬਿਲਕੁਲ ਉਹ ਸਿਸਟਮ ਹੀ ਕਹਿ ਸਕਦੇ ਆ ਨਾ ਜੀ। ਬਿਲਕੁਲ ਸਿਸਟਮ ਹੀ ਕਹਿੰਦੇ, ਕਿਉਂਕਿ ਸਰਕਾਰਾਂ ਨੂੰ ਪਤਾ ਹੁੰਦਾ ਜਾਂ ਪੁਲਿਸ ਨੂੰ ਪਤਾ ਹੁੰਦਾ ਵੀ ਸਵੇਰ ਨੂੰ ਆਹ ਚੀਜ਼ਾਂ ਆਉਣੀਆਂ, ਤਾਂ ਹੀ ਰਾਤੋਂ ਰਾਤ ਇਹ ਕੰਮ ਹੋਇਆ। ਇੱਦਾਂ ਦਾ ਸੇਮ ਮਾਮਲਾ ਹੀ ਫੂਲਗਾਉਂ ਦੇ ਵਿੱਚ ਹੋਇਆ ਸੀਗਾ, ਕੁਝ ਦਿਨ ਬਾਅਦ ਹੀ ਹੋਇਆ ਸੀਗਾ ਜੀ। ਉਹ ਵੀ ਉੱਤਰ ਪ੍ਰਦੇਸ਼ ਦਾ ਹੀ ਸੀਗਾ। ਬਿਲਕੁਲ ਜੀ। ਉਹ ਜਿਹੜੀ ਕਹਿੰਦੇ ਨਾ ਹਾਥਰਸ ਵਾਲਾ ਮਾਮਲਾ ਜੀਤਾ ਜਾਤਾ ਇੱਕ ਛੜਯੰਤਰ ਸੀਗਾ। ਬਿਲਕੁਲ। ਹਿੰਦੁਸਤਾਨ ਨੂੰ, ਭਾਜਪਾ ਸਰਕਾਰ ਨੂੰ ਯੂਨਾਈਟਿਡ ਨੇਸ਼ਨ ਦੇ ਵਿੱਚ ਹਾਈਲਾਈਟ ਕਰਨਾ। ਦੇਖੋ ਜੀ, ਇਹ ਇਕੱਲੀ ਭਾਜਪਾ ਸਰਕਾਰ ਦੇ ਟਾਈਮ ਤਾਂ ਹੋਇਆ ਨਹੀਂ, ਕਾਂਗਰਸ ਦੀਆਂ ਸਰਕਾਰਾਂ ਟਾਈਮ ਵੀ ਹੋਇਆ, ਕੋਈ ਹੋਰ ਸਰਕਾਰ ਆ ਉਹਦੇ ਟਾਈਮ ਵੀ ਹੋਇਆ। ਹਾਂਜੀ, ਇਹ ਮੰਨ ਸਕਦੇ। ਬਿਲਕੁਲ ਮੈਂ ਮੰਨ ਸਕਦਾ। ਜੇ ਆਪਾਂ ਇੱਕ ਕਹੀਏ ਵੀ ਸਿੱਖਿਆ ਦੀ ਕਮੀ ਵੀ ਹੈਗੀ, ਸਿੱਖਿਆ ਦੀ ਕਮੀ ਵੀ ਕਹਿ ਸਕਦੇ ਹਾਂ। ਜਿਹੜੀ ਟੋਟਲੀ ਆਪਾਂ ਕਹਿ ਸਕਦੇ ਵੀ ਸਿਸਟਮ ਦੇ ਦੇਖੋ ਜਿਹੜੇ ਦਰਿੰਦੇ ਆ, ਚਲੋ ਦੇਖੋ ਸਰਕਾਰਾਂ ਨੂੰ ਦੋਸ਼ ਪਹਿਲਾਂ ਬਾਅਦ ਵਿੱਚ ਆ। ਪਹਿਲਾਂ ਜਿਹੜੇ ਨਕੰਮਾ ਕੰਮ ਕਰਦੇ ਆ, ਘਟੀਆ ਕੰਮ ਕਰਦੇ ਆ ਦਰਿੰਦੇ, ਉਹਨਾਂ ਨੂੰ ਕਿਉਂ ਨਹੀਂ ਸਾਡਾ ਕਾਨੂੰਨ ਫਾਹੇ ਟੰਗਦਾ? ਕਿਉਂ ਉਹਨਾਂ ਦੇ ਡਿਲੇ ਕਰਦਾ? ਕਿਉਂ ਉਹਨਾਂ ਦੇ ਕੇਸ ਚੱਲਦੇ ਆ? ਛੋਟੀਆਂ ਬੱਚੀਆਂ ਦੇ ਰੇਪ ਹੋ ਰਹੇ ਆ, ਉਹਨਾਂ ਦੇ ਕੇਸ ਬਣਾਉਣ ਦਾ ਕੀ ਮਤਲਬ ਆ? ਮੈਂ ਉਹਦੇ ਬਾਰੇ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰਨਾ ਚਾਹੁੰਦਾ ਜੀ, ਵੀ ਉਹਦੇ ਤੇ ਕੇਸ ਪਾਉਣ ਦਾ ਕੀ ਮਤਲਬ? ਜਦੋਂ ਪਤਾ ਲੱਗ ਗਿਆ ਜਿਹੜੀ ਹੁਣ ਬੇਜਵਾਨ ਬੱਚੀ ਛੋਟੀ ਆ ਜੀ, ਉਹਨੇ ਕੀ ਦੱਸਣਾ ਵਾ? ਉਹਦਾ ਕੀ ਸਾਬਤ ਕਰਨਾ, ਮੈਨੂੰ ਦੱਸੋ। ਐਡਾ ਘਟੀਆ ਕੰਮ ਦਰਿੰਦੇ ਨੇ ਕਿਸੇ ਨੇ ਕੀਤਾ, ਉਹਨੂੰ
ਜਦੀ ਚੁਰਾਹੇ 'ਚ ਖੜ ਕੇ ਜਾਂ ਜਿਹੜੇ ਏਰੀਏ ਦੇ ਵਿੱਚ ਆ ਉਹ ਉੱਥੇ ਲੋਕਾਂ ਦੇ ਮੂਹਰੇ ਫਾਂਸੀ ਟੰਗਣੀ ਚਾਹੀਦੀ ਆ, ਤਾਂ ਕਿ ਅੱਗੇ ਤੋਂ ਕੋਈ ਇਹੋ ਜਿਹਾ ਘਿਨਾਉਣਾ ਕੰਮ ਨਾ ਕਰੇ। ਇਹ ਜਿਹੜੇ ਲੋਕਾਂ ਦੇ ਹੌਸਲੇ ਬੁਲੰਦ ਹੁੰਦੇ ਆ, ਜਦੋਂ ਕੀ ਕਰਦੇ ਆ, ਕੇਸ ਫਾਈਲ ਹੋ ਜਾਂਦਾ, ਥਾਣੇ 'ਚ ਹੋ ਜਾਂਦਾ, ਜੇ ਉਹਨਾਂ ਦੀ ਪਹੁੰਚ ਆ ਤਾਂ ਮੰਤਰੀ ਛਡਾ ਲੈਂਦੇ ਆ, ਜਾਂ ਪੈਸੇ ਵਾਲੇ ਬੰਦੇ ਬੱਚੇ ਦੇ ਮਾਂ-ਬਾਪ ਨੂੰ ਵੀ ਖਰੀਦ ਲੈਂਦੇ ਆ। ਇੱਥੇ ਤੱਕ ਦੇਸ਼ ਦਾ ਸਿਸਟਮ ਗਿਰ ਚੁੱਕਿਆ ਵੀ ਗਰੀਬ ਬੰਦਾ ਆਪਦੀ ਆਵਾਜ਼ ਵੀ ਨਹੀਂ ਬੁਲੰਦ ਕਰ ਸਕਦਾ ਜੀ। ਹਾਂਜੀ ਹਾਂਜੀ ਹਾਂਜੀ। ਉਹਦੇ ਬਾਰੇ ਤੁਸੀਂ ਖਾਸ ਜੀ ਆਪਣੇ ਵਿਚਾਰ ਜ਼ਰੂਰ ਦਿਓ, ਕਿਉਂਕਿ ਦੇਖੋ ਇਹ ਦਿਲੋਂ ਗੱਲਾਂ ਹੁੰਦੀਆਂ ਜੀ। ਜੀ ਠੀਕ ਆ ਜੀ। ਇੱਕ ਬੱਚੀ ਆ ਛੋਟੀ ਜੀ, ਜੀ ਛੋਟੀ ਬੱਚੀ ਆ, ਉਹਨੂੰ ਅਜੇ ਗਿਆਨ ਨਹੀਂ ਹੈਗਾ ਕੋਈ, ਉਹਦੇ ਨਾਲ ਰੇਪ ਜਿਹੜਾ ਕਰਦਾ ਬੰਦਾ ਦਰਿੰਦਿਆਂ ਤੋਂ ਘੱਟ ਨਹੀਂ ਜੀ। ਇਹੋ ਜਿਹੇ ਬੰਦਿਆਂ ਨੂੰ ਐਟ ਏ ਟਾਈਮ ਫਾਂਸੀ ਤੇ ਟੰਗਣਾ ਚਾਹੀਦਾ ਜੀ। ਸਰ ਮੈਂ ਤੁਹਾਡੀ ਗੱਲ ਬਿਲਕੁਲ ਐਗਰੀ ਕਰਦਾ ਜੀ, ਕਿ ਜੀ। ਇੱਥੇ ਬੰਦਿਆਂ ਨੂੰ ਫਾਂਸੀ ਤੇ ਵੀ ਨਹੀਂ ਟੰਗਣਾ ਚਾਹੀਦਾ। ਜੀ। ਉਹਨਾਂ ਦੇ ਸਰੀਰ ਦੇ ਨਾਲ ਬਰਬਰਤਾ ਕਰਕੇ ਵਿੱਚ ਚੁਰਾਹੇ ਦੇ ਵਿੱਚ ਉਹਨਾਂ ਦੀ ਸਰ ਕਲਮ ਕਰਨਾ ਚਾਹੀਦਾ ਹੈ। ਜੀ, ਜੀ। ਮੈਂ ਤੁਹਾਡੇ ਹੱਕ ਦੇ ਵਿੱਚ ਹੈ, ਪਰ ਤੁਸੀਂ ਇੱਕ ਮੈਂ ਛੋਟਾ ਜਿਹਾ ਆਪਣੀ ਵਿਚਾਰਧਾਰਾ ਪ੍ਰਗਟ ਜ਼ਰੂਰ ਲੋਕਾਂ ਦੇ ਸਾਹਮਣੇ ਕਰੂੰਗਾ ਕਿ ਅੱਜ ਕੱਲ ਰੇਪ ਤਾਂ ਹੁੰਦਾ, ਮੈਂ ਮੰਨਦਾ ਜੀ, ਬਟ ਉਹਦੀ ਆੜ ਦੇ ਵਿੱਚ ਕਈ ਰਾਜਨੀਤਿਕ ਕਹਾਣੀਆਂ ਵੀ ਰਚੀ ਜਾਂਦੀਆਂ ਨੇ। ਬਿਲਕੁਲ। ਐਗਜ਼ਾਮਪਲ ਦੇ ਤੌਰ ਤੇ ਜਿਵੇਂ ਆਪਾਂ ਕਹਿ ਦਈਏ ਇੱਕ 5 ਸਾਲ ਦੀ ਬੱਚੀ ਦਾ ਜਾਂ ਜੋ ਵੀ 6 ਸਾਲ ਦੀ ਬੱਚੀ ਦਾ ਰੇਪ ਕੇਸ ਹੋਇਆ ਹੈ, ਜੀ। ਉਹਦੇ ਵਿੱਚ ਮੈਂ ਇਹ ਗੱਲ ਦੇਖੀ ਹੈ, ਪੁਲਿਸ ਕਾਰਵਾਈ ਕਿਉਂ ਨਹੀਂ ਕਰਦੀ? ਜਿਹੜੀ ਸੱਤਾ ਦੇ ਵਿੱਚ ਰੂਲਿੰਗ ਪਾਰਟੀ ਹੈ ਉਹ ਹਰਕਤਾਂ 'ਚ ਕਿਉਂ ਨਹੀਂ ਆਉਂਦੀ? ਹੁਣ ਪਹਿਲੀ ਗੱਲ ਤਾਂ ਇਹ ਕਈ ਬੰਦੇ ਹੁੰਦੇ ਜਿਹੜੀ ਪਬਲਿਸਿਟੀ ਅਟੈਂਸ਼ਨ ਲੈਣ ਵਾਸਤੇ ਇਹ ਕੰਮ ਕਰਦੇ ਨੇ। ਹਾਂਜੀ ਹਾਂਜੀ। ਹੁਣ ਉਹ ਕਹਿੰਦੇ ਵੀ ਰੇਪ ਹੋ ਗਿਆ, ਤਾਂ ਰੇਪ ਦਾ ਇੱਕ ਮਾਮਲਾ, ਇੱਕ ਨਾਮ ਇੱਦਾਂ ਦਾ ਹੈ ਤੇ ਸੁਰਖੀਆਂ ਦੇ ਵਿੱਚ ਬਹੁਤ ਜਲਦੀ ਆਉਂਦਾ। ਬਿਲਕੁਲ। ਹਾਂਜੀ ਹਾਂਜੀ। ਦੰਗਾ ਪ੍ਰਸਾਦ ਕਰਵਾਉਣਾ, ਜੇ ਕਰਵਾਉਣਾ, ਇਹ ਸਭ ਵਿਪਕਸ਼ ਪਾਰਟੀਆਂ ਦਾ ਵੀ ਕੰਮ ਹੋ ਸਕਦਾ। ਮੈਂ ਨਹੀਂ ਕਹਿੰਦਾ ਰੇਪ ਨਹੀਂ ਹੋਇਆ, ਪਰ ਮੇਰੇ ਦਿਮਾਗ ਦੇ ਅਕੋਰਡਿੰਗ ਇਹ ਹੋ ਸਕਦਾ ਵੀ ਇੱਕ ਛੜਯੰਤਰ ਵੀ ਹੋ ਸਕਦਾ ਹੈ ਬਿਲਕੁਲ। ਵੀ ਪੰਜਾਬ ਦੇ ਵਿੱਚ ਆਹ ਹੋ ਰਿਹਾ ਹੈ, ਉਹਨਾਂ ਦਾ ਧਿਆਨ ਭਟਕਾਉਣ ਨੂੰ। ਭਟਕਾਉਣ ਨਹੀਂ ਜੀ। ਇਹ ਗੱਲ ਮੈਂ ਨਹੀਂ ਕਹਿੰਦਾ ਇਹ ਰੇਪ ਨਹੀਂ ਹੋਇਆ, ਬਟ ਮੇਰੀ ਜੋ ਮਨਸ਼ਾ ਹੈ ਉਹ ਇਨਵੈਸਟੀਗੇਸ਼ਨ ਪ੍ਰੋਪਰ ਹੋਵੇ। ਧਿਆਨ ਸਪਸ਼ਟ ਭਟਕਾਉਣ ਦੇ ਤਰੀਕੇ ਨਾਲ ਇੱਕ ਬੱਚੀ ਦਾ ਬੱਚੀ ਨਾਲ ਘਲਾਉਣਾ ਕੰਮ ਹੋਇਆ ਜੀ। ਜੀ ਜਿਹੜੇ ਉਹਦੇ ਦੋਸ਼ੀ ਪਾਏ ਜਾਂਦੇ ਆ ਜੀ ਉਹਨਾਂ ਦੇ ਕਾਨੂੰਨੀ ਕਾਰਵਾਈ ਨਹੀਂ ਹੋਣੀ ਚਾਹੀਦੀ, ਉਹਨਾਂ ਨੂੰ ਜੀ। ਸਿੱਧਾ ਚੁਰਾਹੇ ਦੇ ਵਿੱਚ ਟੋਟੇ ਕਰਕੇ ਵੱਢਣਾ ਚਾਹੀਦਾ। ਜੀ, ਸਾਡੀ ਬਿਲਕੁਲ, ਇਹੀ ਬਿਲਕੁਲ। ਗੁਜ਼ਾਰਿਸ਼ ਆ ਜੀ, ਸਰਕਾਰਾਂ ਨੂੰ ਵੀ, ਇਹੀ ਅਸੀਂ ਕਹਿਣਾ ਚਾਹੁੰਦੇ ਆ ਜੀ। ਵੀ ਇਹੋ ਜਿਹੇ ਘਟੀਆ ਬੰਦਿਆਂ ਨੂੰ ਸਮਾਜਾਂ 'ਚ ਰਹਿਣ ਦਾ ਕੋਈ ਫਾਇਦਾ ਨਹੀਂ। ਜੀ ਕੋਈ ਫਾਇਦਾ ਨਹੀਂ ਹੈ। ਠੀਕ ਆ ਕਿ ਨਹੀਂ? ਬਿਲਕੁਲ ਜੀ। ਨਾ ਹੀ ਸਾਨੂੰ ਇਹੋ ਜਿਹੇ ਬੰਦੇ ਚਾਹੀਦੇ ਆ ਬਿਲਕੁਲ ਜੀ। ਜਿਹੜੇ ਕਲੰਕ ਲਾਉਂਦੇ ਆ ਪੂਰੀ। ਬਿਲਕੁਲ। ਤਾਂ ਰਾਜੂ ਧਾਲੀਵਾਲ ਜੀ, ਜਿਵੇਂ ਨਹੀਂ ਚਾਹੀਦੇ, ਉਹ ਤਾਂ ਆਪਾਂ ਵੀ ਚਾਹੁੰਦੇ ਵੀ ਆਪਣਾ ਇੱਕ ਜਿਹੜਾ ਪੰਜਾਬ ਹੈ, ਇੱਕ ਨੈਸ਼ਨ ਹੈ, ਜਿਹੜਾ ਇੱਕ ਨੀਟ ਐਂਡ ਕਲੀਨ ਬਣ ਕੇ ਰਵੇ। ਬਿਲਕੁਲ ਪਰ ਬਿਲਕੁਲ। ਅੱਜ ਕੱਲ ਸਰਕਾਰਾਂ ਨੇ ਕੀ ਜਾਤੀ ਪਾਤੀ ਦੇ ਨਾਮ ਤੇ ਵੋਟ ਬਤੋਰਦੇ ਨੇ। ਕੁਝ ਰਿਜ਼ਰਵੇਸ਼ਨ ਜਿਹਨੂੰ ਆਪਾਂ ਕਹਿ ਦਿੰਦੇ ਆ ਸੀਬੀਸੀ ਕਾਸਟ ਜਾਂ ਜਰਨਲ ਜੋ ਵੀ ਹੈ, ਬਿਲਕੁਲ। ਇਹ ਇਹਨਾਂ ਕਰਕੇ ਕੁਝ ਜ਼ਿਆਦਾ ਵੀ ਹੁੰਦੇ ਨੇ ਜੀ। ਹਾਂਜੀ ਹਾਂਜੀ। ਕਿ ਨਹੀਂ ਜੀ? ਜਿਵੇਂ ਆਪਾਂ ਕਹਿ ਦਿੰਦੇ ਆ ਵਿਪਕਸ਼ ਪਾਰਟੀ ਵਾਲਾ ਬੰਦਾ ਉਹ ਜਾਣ ਕੇ ਇਦਾਂ ਦੀ ਹਰਕਤ ਕਰਦੇ ਆ, ਰੂਲਿੰਗ ਪਾਰਟੀ ਉਹ ਟੈਨਸ਼ਨ ਮਤਲਬ ਇੱਕ ਜਿਵੇਂ ਆਪਾਂ ਕਹਿੰਦੇ ਇਸ਼ੂ ਬਣ ਜੇ। ਇਹਦੇ ਵਿੱਚ ਨੁਕਸਾਨ ਕਿਹਦਾ ਜੀ? ਆਮ ਬੰਦੇ ਦਾ। ਕਦੇ ਦੇਖਿਆ ਕਿਤੇ ਮੰਤਰੀ ਦੀ ਧੀ ਨਾਲ ਬਲਾਤਕਾਰ ਹੁੰਦਾ? ਸੁਣੀ ਹੈ ਕਦੇ ਗੱਲਬਾਤ? ਕਦੇ ਵੀ ਨਹੀਂ, ਕਦੇ। ਜਾਂ ਕਿਸੇ ਕੋਈ ਵੱਡਾ ਅਫਸਰ ਹੋਵੇ ਉਹਦੀ ਬੱਚੀ ਨਾਲ ਹੁੰਦਾ? ਸਰ, ਇਹ ਮੰਤਰੀ- ਗਰੀਬਾਂ ਨੇ ਕਿਉਂ ਹੁੰਦਾ? ਸਰ ਮੰਤਰੀ ਵੀ ਆਪਾਂ ਹੀ ਬਣਾਉਂਦੇ ਆ। ਨਹੀਂ, ਉਹ ਮੈਂ ਤੁਹਾਡੀ ਗੱਲ ਸਮਝਦਾ ਜੀ ਜੀ। ਵੀ ਇਹ ਛੋਟੇ ਲੈਵਲ ਤੇ ਕਿਉਂ ਕੰਮ ਹੁੰਦਾ ਵਾ। ਜੀ। ਕਿਸੇ ਆਪਾਂ ਕਦੇ ਦੇਖਿਆ ਵੀ ਕਿਸੇ ਤਗੜੇ ਬੰਦੇ ਨਾਲ ਇਹ ਕੰਮ ਹੋਇਆ? ਨਹੀਂ ਹੁੰਦਾ। ਕਿਉਂਕਿ ਇੱਕ ਗਰੀਬ ਹੀ ਕਿਉਂ ਬਲੀ ਚੜਦਾ? ਇੱਕ ਗਰੀਬ ਤੇ ਕਿਉਂ ਗਰੀਬ ਮਿਲਦਾ ਤਾਂ ਬਲੀ ਚੜਦਾ ਕਿਉਂਕਿ ਮਿਹਨਤ ਕਰਕੇ ਪੈਸਾ ਕਮਾਉਂਦਾ, ਪ੍ਰਾਈਵੇਟ ਸਕੂਲਾਂ 'ਚ ਪੜਾਉਂਦਾ ਬੱਚਿਆਂ ਨੂੰ ਵੀ ਉੱਥੇ ਸੇਫ ਹੋਣਗੇ, ਹਰ ਜਗ੍ਹਾ ਨਾਲ ਕੇਅਰ ਹੋਊਗੀ, ਉਹ ਇਸ ਕਰਕੇ ਕਰਦਾ। ਸਰ- ਪਰ ਆ ਤਾਂ ਜਮੇ ਐਂਡ ਹੋ ਗਿਆ ਨਾ ਬਿਲਕੁਲ। ਵੀ ਹੁਣ ਤਾਂ ਉੱਥੇ ਵੀ ਸੇਫ, ਜੇ ਆਪਾਂ ਪੈਸੇ ਵੀ ਦਿੱਤੇ ਆ ਨਾ, ਗੱਡੀਆਂ ਦੇ ਪੈਸੇ ਦਿੱਤੇ ਆ, ਫੀਸਾਂ ਦਿੱਤੀਆਂ, ਬਿਲਕੁਲ। ਜਾਂ ਕੇਅਰਲੈਸ ਦੇ ਵਾਸਤੇ ਵੀ ਡਰਾਈਵਰ ਰੱਖਿਆ, ਉਹਨਾਂ ਨੂੰ ਦਿੱਤੇ ਆ ਵੀ ਹਾਂ ਜੀ ਸਾਡੇ ਬੱਚੇ ਦਾ ਖਿਆਲ ਰੱਖੋ, ਉਹਨਾਂ ਨੂੰ ਵੀ ਐਕਸਟਰਾ ਪੈਸੇ ਦਿੱਤੇ ਜਾਂਦੇ ਬਿਲਕੁਲ, ਆ। ਬਿਲਕੁਲ। ਪਰ ਫੇਰ ਵੀ ਸੇਫ ਨਹੀਂ। ਫਿਰ ਬਿਲਕੁਲ। ਸੇਫ ਕਿੱਥੇ ਆ ਆਪਾਂ? ਆਕਾਸ਼ ਜੀ, ਜੇ ਆਪਾਂ ਕਰੀਏ ਜਸ਼ਨ ਜੀ ਸਿਸਟਮ ਦੀ ਗੱਲ, ਤਾਂ ਸਾਡੇ ਸਰਕਾਰੀ ਸਕੂਲ ਆ ਜਿਹੜੇ ਪਿੰਡਾਂ ਦੇ ਵਿੱਚ ਬਣੇ, ਇੰਨੀ ਕੁ ਇਹਨਾਂ ਦੀ ਹਾਲਤ ਮਾੜੀ ਆ। ਹਾਂਜੀ ਹਾਂਜੀ, ਇਹ ਤਾਂ ਹੈਗਾ। ਉੱਥੇ ਬੱਚਿਆਂ ਨੂੰ ਪੜ੍ਹਾਉਣ ਨੂੰ ਨਹੀਂ ਜੀ ਕਰਦਾ। ਆਹ ਸਰਕਾਰੀ ਹਸਪਤਾਲਾਂ ਦਾ ਲਾ ਲਓ ਜੀ, ਉੱਥੇ ਜਾ ਕੇ ਦੇਖਿਓ ਤੁਸੀਂ। ਸਰਕਾਰ ਦਾਅਵੇ ਕਰਦੀ ਹੈ ਨਾ ਵੀ ਸਰਕਾਰੀ ਹਸਪਤਾਲ ਵਧੀਆ ਬਣਾ, ਤੁਸੀਂ ਦਵਾਈਆਂ ਨਹੀਂ ਮਿਲਦੀਆਂ। ਥੋੜੀਆਂ ਦਵਾਈਆਂ ਕੋਈ ਹੁੰਦੀਆਂ ਵਾ, ਉਹ ਮਾੜੀਆਂ ਮੋਟੀਆਂ ਲਿਖ ਦਿੰਦੇ ਜਾਂ ਖਤਮ ਹੋਈਆਂ ਹੁੰਦੀਆਂ। ਉਦੋਂ ਬਾਅਦ ਕਹਿੰਦੇ ਆ ਬਾਹਰੋਂ ਜਾ ਕੇ ਲੈ ਲਓ। ਹਾਂ, ਦੱਸੋ ਉਹ ਤਾਂ ਜੀ, ਖਤਮ ਹੋਈ ਹੁੰਦੀ। ਗਰੀਬ ਬੰਦੇ ਦੇ ਨਾਂ ਤੇ ਠੱਗੀਆਂ ਲੱਗ ਰਹੀਆਂ ਜੀ ਸਿਸਟਮ ਦੇ ਵਿੱਚ। ਇੱਥੇ ਇੱਕ ਆਪਾਂ ਕਹਿ ਸਕਦੇ ਸਰ, ਜਿਵੇਂ ਇੱਕ ਸਿੱਖਿਆ ਦੀ ਕਮੀ। ਜੀ। ਜੋ ਬੰਦਾ ਸਿੱਖਿਅਤ ਹੈ ਉਹ ਮਾਰ ਨਹੀਂ ਖਾਂਦਾ। ਜਿੱਥੇ ਸਿੱਖਿਆ ਦੀ ਅਭਾਵ ਹੈ ਤਾਂ ਹੀ ਇੰਨਾ ਕੁਝ ਹੋ ਰਿਹਾ ਹੈ। ਜਿਹੜਾ ਬੋਲਦਾ ਫਿਰ ਉਹਨੂੰ ਵੀ ਟੰਗ ਦਿੰਦੇ ਆ। ਉਹਦੇ ਤਾਂ ਪਹਿਲਾਂ ਠੱਲ ਪੈਂਦੀ ਹੈ ਜਿਹੜਾ ਬੋਲਦਾ। ਜੇ ਕੋਈ ਇੱਕ ਆਵਾਜ਼ ਸਰ ਉਠਾਉਂਦਾ ਮੇਰੀ ਗੱਲ ਜ਼ਿਆਦਾ ਦਾ ਨੂੰ ਮੇਰੀ ਗੱਲ ਦਾ ਖਰੀਦਿਆ ਸਰ ਗੁੱਸਾ ਜਾਂਦਾ। ਨਾ ਮਨਾਇਓ ਜੇ, ਇਹ ਕਿਤਾਬਾਂ 'ਚ ਲਿਖੀ ਹੈ। ਭਾਰਤ ਇੱਕ ਮੂਰਖਾਂ ਦਾ ਦੇਸ਼ ਹੈ, ਜਿੱਥੇ 100 ਦੇ ਵਿੱਚ 55 ਅਗਿਆਨੀ ਗਲਤ ਨੂੰ ਸਹੀ ਕਹਿਣ ਤੇ 45 ਗਿਆਨੀ ਸਹੀ ਨੂੰ ਸਹੀ ਕਹਿਣ, ਤਾਂ ਅਗਿਆਨੀਆਂ ਦੀ ਮੰਨੀ ਜਾਊਗੀ, ਗਿਆਨੀਆਂ ਦੀ ਨਹੀਂ ਮੰਨੀ ਜਾਂਦੀ। ਬਿਲਕੁਲ। ਅਗਰ 100 ਦੇ ਅਗੇਂਸਟ ਇੱਕ ਬੰਦਾ ਆਵਾਜ਼ ਉਠਾਏਗਾ ਤਾਂ ਗਲਤ ਹੈ। ਬਿਲਕੁਲ ਇਹ ਤਾਂ ਐਸ ਸਿਸਟਮ ਦੇ ਅਕੋਰਡਿੰਗ ਗਲਤ ਹੈ, ਉਹ ਨੇਚਰ ਦੇ ਤੌਰ ਤੇ ਤਾਂ ਸਹੀ ਹੈ ਨਾ। ਬਿਲਕੁਲ। ਤੇ ਇਹਦਾ ਕੀ ਫਿਰ ਸਿੱਟਾ ਕੀ ਨਿਕਲੂ, ਰਿਜ਼ਲਟ ਕੀ ਨਿਕਲੂਗਾ? ਕੱਟੜਵਾਦ। ਕਿਵੇਂ ਸਿਸਟਮ ਹੋਣਾ ਚਾਹੀਦਾ ਹੈ, ਸਹੀ ਕਿਵੇਂ ਸਿਸਟਮ ਹੋਊ? ਇਹ ਤਾਂ ਕੱਟਰਵਾਦ ਸੋਲੂਸ਼ਨ ਹੈ ਜੀ, ਕੱਟਰ ਹੋ ਕੇ ਚੱਲਣਾ ਪਏਗਾ ਜੀ। ਬਿਲਕੁਲ।
ਇੱਥੇ ਸਰਕਾਰਾਂ ਜੇ ਕੋਈ ਗਲਤ ਕੰਮ ਕਰਦੀਆਂ ਜੀ, ਕਮਿਊਨਿਟੀ ਹੋਵੇ ਜੋ ਉਹਨਾਂ ਦਾ ਡੰਡਾ ਚੜਾਵੇ ਕੱਟਰ ਹੋ ਕੇ, ਚਾਹੇ ਉਹ ਸਰਕਾਰ ਹੈ ਚਾਹੇ ਕੋਈ ਵੀ ਹੈ। ਜੀ ਹਾਂਜੀ ਹਾਂਜੀ, ਇਹ ਤਾਂ ਹੈ। ਲੋਕ ਕਹਿੰਦੇ ਆ ਖਾਲਿਸਤਾਨ ਨਹੀਂ ਆਉਣਾ ਚਾਹੀਦਾ, ਪਰ ਮੈਂ ਖਾਲਿਸਤਾਨ ਦੇ ਪੱਖ 'ਚ ਹਾਂ। ਜੀ ਜੇ ਉਹ ਹੋਏਗਾ ਸੰਤ ਬਾਬਾ ਭਿੰਡਰਾਂ ਵਾਲੇ ਅਗਰ ਉਹ ਹੁੰਦੇ ਤਾਂ ਇਹ ਅੱਜ ਇਹ ਹਾਲ ਨਾ ਹੁੰਦਾ, ਨਾ ਕੋਈ ਰੇਪ ਹੋਣਾ ਸੀ, ਨਾ ਇਹ ਕਿਸਾਨ ਜਿਹੜੇ ਦਿੱਲੀ ਦੇ ਧਰਨੇ ਤੇ ਬਹਿਣੇ ਸੀ, ਜੀ ਨਾ ਇਹ ਸਰਕਾਰਾਂ ਪੁੱਠੀਆਂ ਚੱਲਦੀਆਂ। ਜੀ ਜੀ ਇਹ ਤਾਂ ਹੈਗਾ, ਇਹ ਤਾਂ ਹੈਗਾ। ਉਹਨਾਂ ਨੂੰ ਆਤੰਕਵਾਦੀ ਕਿਹਾ ਗਿਆ। ਮੈਂ ਸਰਪਕਸ਼ ਤੋਂ, ਮੈਂ ਮੀਡੀਆ ਪੱਖ ਤੋਂ ਇਹੀ ਗੱਲ ਪੁੱਛਣਾ ਚਾਹੂੰਗਾ ਕਿ ਜੇ ਆਤੰਕਵਾਦੀ ਸੀ ਤਾਂ ਪੰਜਾਬ ਦੇ ਵਿੱਚ ਇੱਕ ਵੀ FIR ਉਹਨਾਂ ਦੇ ਨਾਮ ਦੀ ਦਿਖਾ ਦਿਓ ਮੈਨੂੰ। ਜੀ ਕਿਉਂ ਹੈ ਨਹੀਂ? ਨਹੀਂ ਹੈਗੀ, ਕੋਈ ਹੈ ਹੀ ਨਹੀਂ ਸੀ ਅੱਤਵਾਦੀ। ਮੈਂ ਕਿ ਨਾਂ ਦੇਤਾ। ਬਿਲਕੁਲ ਉਹਨਾਂ ਦੇ ਆਤੰਕਵਾਦੀ ਕਹਿਣ ਨਾਲ ਉਹ ਆਤੰਕਵਾਦੀ ਨਹੀਂ ਬਣ ਜਾਂਦੇ ਸਰ। ਬਿਲਕੁਲ ਕੋਈ ਵੀ ਨਹੀਂ, ਕਿਸੇ ਦੇ ਕਹਿਣ ਨਾਲ ਤਾਂ ਕੋਈ ਵੀ ਨਹੀਂ ਕੁਝ ਬਣਦਾ। ਹੁਣ ਦਿੱਲੀ 'ਚ ਵੀ ਕਈ ਕਹਿੰਦੇ ਆ, ਜਿਹੜੇ ਕਿਸਾਨ ਭਰਾ ਆਪਣੇ ਸਾਰੇ ਕਹਿ ਬੈਠੇ ਰਹੇ ਆ, ਆ ਵੀ ਕਹੀ ਉਹ ਕਿਉਂ ਸਾਰੇ ਅੱਤਵਾਦੀ ਕਰ ਰਹੇ, ਪਰ ਜਦੋਂ ਕੋਈ ਹੈਲਪ ਜਿਹੜੀਆਂ ਕਰ ਕੋਈ ਲੀਡਰਾਂ ਪਾਰਟੀਆਂ ਕਿਸਾਨਾਂ ਦੇ ਉਲਟਾ ਸਾਰੇ ਅੱਤਵਾਦੀ ਕਹੀ ਹਾਂ, ਸਾਰੇ ਕਹਿੰਦੇ ਆ, ਪਰ ਜਿਹੜੇ ਜਦੋਂ ਦਿੱਲੀ ਦੇ ਪਰ ਲੋਕ ਬਹੁਤ ਚੰਗੇ ਆ ਜੀ, ਉਹਨਾਂ ਨੂੰ ਦਿਲੋਂ ਸਲੂਟ ਆ। ਉੱਥੇ ਅਸੀਂ ਦੇਖਦੇ ਆ, ਆਉਂਦੇ ਆ, ਹਾਂਜੀ ਹਾਂਜੀ ਹਾਂਜੀ, ਵਿਚਾਰੇ ਘਰੋਂ ਕੋਈ ਪੀਜੇ ਲੰਗਰ ਲੈ ਕੇ ਆਉਂਦਾ, ਕੋਈ ਰੋਟੀ ਪੀਜੇ ਬਣਾ ਲੈ ਕੇ ਆਉਂਦਾ, ਆਉਂਦਾ, ਕੋਈ ਬਰਗਰ ਕੁਛ। ਲੈ ਕੇ ਆਉਂਦਾ, ਕੋਈ ਸੋ ਸਭ ਦਿੱਲੀ ਕੁਛ। ਦੇ ਲੋਕਾਂ ਨੂੰ ਦਿਲੋਂ ਸਲੂਟ ਆ ਜੀ। ਹਾਂਜੀ, ਤੇ ਹਾਂਜੀ। ਗੱਲ ਆਪਾਂ ਉਹੀ ਮੁੱਦੇ ਤੇ ਆਈਏ ਸਰ, ਹਾਂਜੀ, ਵੀ ਇਹ ਸਿਸਟਮ ਚੇਂਜ ਕਿਵੇਂ ਹੋਊਗਾ? ਚੇਂਜ ਤਾਂ ਸਰ ਕਰਨਾ ਹੀ ਪਏਗਾ, ਇਹ ਆਪਣੇ ਤੋਂ ਹੀ ਚੇਂਜ ਹੋਏਗਾ। ਆਪਣੇ ਤੋਂ ਚੇਂਜ, ਮੈਂ ਤੁਹਾਡੀ ਗੱਲ ਸਾਰੀ ਸਮਝਦਾ ਜੀ, ਆਪਣੇ ਤੋਂ ਚੇਂਜ ਹੋਊ। ਆਪਾਂ ਜਦੋਂ ਵੋਟ ਪਾਉਣੇ ਆ, ਕਈ ਵਾਰ ਆਪਾਂ ਵੋਟ ਨਹੀਂ ਵੀ ਪਾਉਂਦੇ, ਮੰਤਰੀ ਤਾਂ ਵੀ ਬਣ ਜਾਂਦੇ ਆ। ਉਹ ਕੀ ਸਿਸਟਮ ਆ, ਮੈਨੂੰ ਤਾਂ ਅਜੇ ਤੱਕ ਸਮਝ ਨਹੀਂ ਲੱਗੀ ਜੀ ਇਹ ਗੱਲ ਦੀ। ਸਿਸਟਮ ਉੱਥੇ ਇਹ ਆ, ਜਿਵੇਂ ਪਿੰਡਾਂ ਦੇ ਵਿੱਚ ਸਰਪੰਚਾਂ ਦੇ ਕੋਈ ਖੜਦਾ, ਬਸ ਛੋਟੇ ਲੈਵਲ ਤੇ ਚੱਲਦੇ ਆ ਜੀ। ਇੱਕ ਪਿੰਡ ਦੇ ਵਿੱਚ ਸਰਬ ਸੰਮਤੀ ਨਾਲ ਜੇ ਉੱਥੇ ਸਰਪੰਚ ਬਣਦਾ ਤਾਂ ਸਰਕਾਰ ਵੱਲੋਂ ਪੈਸੇ ਵੀ ਮਿਲਦੇ ਆ, ਪਰ ਲੋਕਾਂ ਨੂੰ ਮਨਜ਼ੂਰ ਨਹੀਂ ਉਹ। ਉਹਨਾਂ ਨੂੰ ਦੋ ਬੰਦੇ ਹੋਰ ਨਾਲ ਐਂਟੀ ਖੜਾ ਕੇ ਵੋਟਾਂ ਲੈ ਕੇ ਲੜ ਕੇ। ਵੀ ਤੁਸੀਂ ਇਹ ਕਹਿਣਾ ਚਾਹੁੰਦੇ ਆ ਵੀ ਸਾਰਾ ਲੋਕਾਂ ਦਾ ਦੋਸ਼ ਹੈ ਇਹ? ਸਾਰਾ ਆਪਣਾ ਹੀ ਦੋਸ਼ ਆ, ਕਿਉਂਕਿ ਆਪਾਂ ਹੀ ਸਿਰ ਚੜਾਉਨੇ ਉਹਨਾਂ ਨੂੰ, ਆਪਾਂ ਹੀ ਗੱਡੀ ਚਲਾਵਾਂਗੇ ਤੇ ਆਪਣੇ ਤੇ ਉਹ ਰੋਹ ਮਾਰਦੇ ਆ, ਆਪਣੇ ਤੇ ਬਾਅਦ ਚ ਰੋਹ ਮਾਰਦੇ ਸਾਨੂੰ ਆ। ਇੱਕ ਦੂਜੇ ਦਾ ਸਾਥ ਦੇਣਾ ਪੈਣਾ, ਏਕਾ ਕਰਨਾ ਪੈਣਾ, ਏਕਾ ਫਿਰ ਜਾ ਕੇ ਕਰਨਾ system ਪੈਣਾ। ਬਣੂਗਾ। ਹਾਂ, ਇਹ ਏਕਾ ਕਰਨਾ ਪੈਣਾ ਵੀ ਸਾਰੇ, ਜਿਵੇਂ ਪਿੰਡ ਆ, ਕੋਈ ਸ਼ਹਿਰ ਆ, ਉਹਨਾਂ ਨੂੰ ਸਾਰਿਆਂ ਨੂੰ ਇੱਕ ਹੋ ਕੇ ਇੱਕ ਬੰਦੇ ਨੂੰ ਚੁਣਨਾ ਬਿਲਕੁਲ। ਪੈਣਾ। ਸੋ ਭਰਾਵੋ, ਜਿਵੇਂ ਜਸ਼ਨ ਜੀ ਨੇ ਕਿਹਾ ਵੀ ਸਾਨੂੰ ਇਕਜੁੱਟ ਹੋਣਾ ਪੈਣਾ, ਏਕਾ ਕਰਨਾ ਪੈਣਾ, ਫਿਰ ਕਿਤੇ ਜਾ ਕੇ ਸਰਕਾਰਾਂ ਲੋਟ ਆਉਣਗੀਆਂ। ਸੋ ਬਹੁਤ ਵਧੀਆ ਗੱਲ ਕਹੀ ਆ ਜੀ ਵੀਰ ਨੇ। ਚੱਲਣਾ ਵੀ ਇੱਕ ਨਹੀਂ ਪੈਣਾ ਸਾਨੂੰ ਸਿਸਟਮ ਦੇ ਦਾਇਰੇ 'ਚ ਰਹਿ ਕੇ। ਜੀ। ਜੇ ਸਾਡਾ ਏਕਾ ਮਜ਼ਬੂਤ ਆ ਤਾਂ ਕੋਈ ਬੰਦਾ ਫੁੱਟ ਨਹੀਂ ਪਾ ਸਕਦਾ, ਕਿਉਂਕਿ ਲੀਡਰ ਜਦੋਂ ਵੀ ਆਉਂਦੇ ਆ ਆਪਸ ਵਿੱਚ ਹੀ ਸਾਡੇ ਸੰਬੰਧ ਜਿਹੜੇ ਹੁੰਦੇ ਆ ਤੋੜ ਜਾਂਦੇ ਆ ਜੀ। ਕਈ ਵਾਰੀ ਲੀਡਰ ਨੇਤਾ ਇਹੋ ਜਿਹਾ ਆ ਜਾਂਦਾ ਵਾ, ਉਹਨੂੰ ਸ਼ਹਿਰ ਦਾ ਕੋਈ ਬੰਦਾ ਜਾਣਦਾ ਨਹੀਂ ਹੁੰਦਾ। ਬਿਲਕੁਲ ਆਪਾਂ ਸ਼ਹਿਰ ਦੇ ਬੰਦੇ ਦੇ ਪਿੱਛੇ ਲਾ ਕੇ ਉਹਦੇ ਮਗਰ ਤੁਰ ਪੈਂਦੇ ਆ, ਬਿਲਕੁਲ। ਪਰ ਇਹ ਨਹੀਂ ਪੁੱਛਦੇ ਬੰਦਾ ਕੌਣ ਆ, ਕੀ ਆ, ਪਰ ਉਹਦੇ ਨਾਂ ਨੂੰ ਵੋਟ ਪੈ ਜਾਂਦੀ। ਮੈਂ ਤੁਹਾਡੀ ਗੱਲ ਜਸ਼ਨ ਜੀ ਸਮਝ ਗਿਆ ਸਾਰੀ, ਹਾਂਜੀ। ਪਰ ਮੈਂ ਉਹਨਾਂ ਲੋਕਾਂ ਦੀ ਗੱਲ ਕਰਦਾ ਵੀ ਜਿਹੜੇ ਆਮ ਲੋਕ ਆ, ਜਿਨ੍ਹਾਂ ਨੂੰ ਤਕਲੀਫ ਹੋ ਰਹੀ ਆ, ਸਾਨੂੰ ਵੀ ਹੋ ਰਹੀ ਆ, ਤੁਹਾਨੂੰ ਵੀ ਹੋ ਰਹੀ ਆ, ਹੋਰਾਂ ਨੂੰ ਵੀ ਹੋ ਰਹੀ ਆ, ਉਹ ਕਿਉਂ ਨਹੀਂ ਮੂਹਰੇ ਆ ਰਹੇ? ਕਿਉਂ ਪਿੱਛੇ ਲੁਕ ਜਾਂਦੇ ਆ? ਸਾਨੂੰ ਨਹੀਂ ਕੋਈ ਲੈਣਾ ਦੇਣਾ, ਸਾਡਾ ਨਹੀਂ, ਅਸੀਂ ਘਰੇ ਠੀਕ ਆ। ਇਹ ਚੀਜ਼ਾਂ ਆਪਣੇ 'ਚ ਕਿਉਂ ਨਹੀਂ ਬਾਹਰ ਆਉਂਦੀਆਂ ਜੀ? ਉਹ ਮੂਹਰੇ ਦੇਖੋ, ਤਾਂ ਨਹੀਂ ਇੱਕ ਬੰਦਾ ਆਵਾਜ਼ ਬੁਲੰਦ ਕਰਨ ਦਾ ਰਾਸਤਾ ਕੀ ਹੁੰਦਾ ਵੀ ਤੁਸੀਂ ਆਪਣੀ ਜੋ ਦਿਲ ਦੀ ਗੱਲ ਆ ਮੂਹਰੇ ਰੱਖੋ ਜੀ। ਖੁਦ ਉਹ ਲੋਕਾਂ ਨੂੰ ਵੀ ਮੇਰਾ ਸੁਨੇਹਾ ਵਾ ਜਿਹੜੇ ਕਮਜ਼ੋਰ ਦਿਲ ਆ ਜਾਂ ਆਪਣੇ ਆਪ ਨੂੰ ਕਹਿੰਦੇ ਆ ਵੀ ਸਾਨੂੰ ਮਸਲਿਆਂ 'ਚ ਪੈਣ ਦੀ ਲੋੜ ਨਹੀਂ ਜੀ। ਇਹ ਕਹਿ ਕੇ ਆਪਦੇ ਆਪ ਨੂੰ ਤਸੱਲੀ ਦਿੰਦੇ ਆ, ਬਾਈ ਜੀ ਮਸਲਿਆਂ 'ਚ ਤੁਹਾਨੂੰ ਨਹੀਂ ਪੈਣ ਦੀ ਲੋੜ, ਗਾਂ ਤੁਹਾਡੇ ਜਵਾਕ ਪੈਣਗੇ, ਤੁਹਾਡੇ ਬੱਚੇ ਪੈਣਗੇ। ਹੁਣ ਦੇਖਿਆ ਲੁਧਿਆਣੇ ਕਾਂਡ ਹੋਇਆ, ਐਡੀ ਕੁ ਬੱਚੀ ਆ ਉਹ ਛੋਟੀ ਜੀ, ਜਿਹਦੇ ਨਾਲ ਘਿਨਾਉਣਾ ਕੰਮ ਹੋਇਆ, ਤੇ ਉਹਦਾ ਪਤਾ ਵੀ ਨਹੀਂ ਹੋਣਾ ਇਸ ਬਾਰੇ। ਬਿਲਕੁਲ ਜੀ। ਤੇ ਜੇ ਕਿਤੇ ਆਵਾਜ਼ ਬੁਲੰਦ ਹੋਈ ਹੁੰਦੀ ਪਹਿਲਾਂ ਸ਼ਹਿਰੀਆਂ ਦੀ ਇਹ ਗੱਲ ਹੋ ਜਾਂਦੀ। ਕਿਤੇ ਸ਼ਹਿਰ ਦੇ ਵਿੱਚ ਇੱਕ ਲੋਕ ਤਾਂ ਰਹਿੰਦੇ ਨਹੀਂ ਹੁੰਦੇ ਬਾਈ ਜੀ, ਸਾਰੇ ਰਹਿੰਦੇ ਹੁੰਦੇ ਆ। ਰਾਜੂ ਵੀਰੇ, ਇੱਕ ਵਾਰੀ ਇਹ ਵੀ ਹੋਇਆ ਵੀ ਮੱਲਾ ਜਦੋਂ ਪੁਲਿਸ ਆਈ ਆ ਜੀ। ਉਹ ਸਕੂਲ ਨੇ ਨਹੀਂ ਕਿਹਾ ਜੀ ਜੋ ਘਰ ਦੇ ਲੈ ਕੇ ਗਏ ਆ, ਉਸ ਤੋਂ ਬਾਅਦ ਜੀ। ਕਾਰਵਾਈ ਹੋਈ ਆ ਜਿਹੜੀ ਵੀ ਹੋਈ ਆ। ਜੀ ਜੀ ਪਰ ਫਿਰ ਵੀ ਪੁਲਿਸ ਦਾ ਉਹ ਸ਼ਰੇਆਮ ਇੰਟਰਵਿਊ ਦੇਖੀ ਸੀ ਇੱਕ, ਬਿਲਕੁਲ। ਉਹਦੇ ਵਿੱਚ ਪਤਾ ਲੱਗਿਆ ਬਿਲਕੁਲ ਵੀ ਜੀ। ਪੁਲਿਸ ਨੇ ਇਹ ਕੁਝ ਨਹੀਂ ਕੀਤਾ, ਬਿਲਕੁਲ ਜੀ। ਕੋਈ ਗੱਲਬਾਤ ਨਹੀਂ ਕੀਤੀ, ਕੋਈ ਸਕੂਲ ਦਾ ਕੋਈ ਬੰਦਾ ਨਹੀਂ ਸਾਹਮਣੇ ਕੋਈ ਉਹਦੇ ਵਿੱਚ ਸ਼ੋਅ ਹੋਇਆ ਵੀ ਦਬਾਅ ਚੜ ਰਿਹਾ ਪੁਲਿਸ ਦੇ, ਇਦਾਂ ਦੀ ਕੋਈ ਗੱਲਬਾਤ ਮੂਹਰੇ ਆਈ ਹੈ? ਇੰਨਾ ਨਹੀਂ ਬਸ ਜਾਣੀ ਇੱਕ ਆਮ ਪਬਲਿਕ ਜਿਹੜੇ ਉਹਦੇ ਘਰ ਦੇ ਨਾਲ ਫਿਰਦੇ ਸੀ ਉਹਨਾਂ ਨੇ ਦੱਸਿਆ ਵਾ ਉੱਥੇ ਜਿਹੜਾ ਕਾਹ ਜੀ ਇਹ ਦਰਿੰਦਿਆਂ ਨੂੰ ਤੁਹਾਡੀ ਨਿਗਾਹ 'ਚ ਕੀ ਸਜ਼ਾ ਵਾ ਇਹਨਾਂ ਦੀ? ਜ਼ਰੂਰ ਸਾਡੇ ਦੋਸਤਾਂ ਨੂੰ ਦੱਸੋ ਜੀ। ਮੇਰੀ ਨਿਗਾਹ 'ਚ ਤਾਂ ਜੀ ਸਜ਼ਾ ਦੇਣਾ ਤਾਂ ਉੱਪਰ ਵਾਲਾ ਹੀ ਹੁੰਦਾ ਹੈਗਾ ਜੀ। ਪਰ ਫਿਰ ਵੀ ਜੇ ਮੈਂ ਉੱਪਰ ਵਾਲੇ ਦੀ ਗੱਲ ਕਰਾਂ, ਪਰ ਜਿਹੜੀ ਦੁਨੀਆ 'ਚ ਰਹਿੰਦੇ ਉੱਪਰ ਵਾਲਾ ਇੰਨਾ ਕੰਮ ਨਹੀਂ ਕਰਦਾ। ਬਿਲਕੁਲ। ਜੇ ਮੰਨ ਲਓ ਇੱਕ ਤੁਹਾਡੇ ਤੇ ਆਪਾਂ ਜੀ। ਫੈਸਲਾ ਲੈ ਲਈਏ ਵੀ ਆਕਾਸ਼ ਜੀ ਉਹਨਾਂ ਨੇ ਇਹ ਘਿਨਾਉਣਾ ਕੰਮ ਕੀਤਾ, ਤੁਸੀਂ ਉਹਨਾਂ ਨੂੰ ਕੀ ਸਜ਼ਾ ਦਿਓਗੇ? ਮੇਰਾ ਸਵਾਲ ਉਹ ਆ ਜੀ, ਸਾਡੇ ਦੋਸਤਾਂ ਨੂੰ ਜ਼ਰੂਰ ਦੱਸੋ। ਜੇ ਉਹਨਾਂ ਨੇ ਘਿਨਾਉਣਾ ਕੰਮ ਕੀਤਾ ਹੈ, ਜੀ ਉਹਦੀ ਪੁਸ਼ਟੀ ਤੋਂ ਪਹਿਲਾਂ ਉਹਨੂੰ ਕੁਝ ਨਹੀਂ। ਜੀ। ਜੇ ਉਹਦੀ ਪੁਸ਼ਟੀ ਹੁੰਦੀ ਹੈ ਤਾਂ ਉਹਦੇ ਸਰੀਰ ਦੇ ਨਾਲ ਬਰਬਰਤਾ ਕੀਤੀ ਜਾਵੇ,
ਬਰਬਰਤਾ ਵਿੱਚ ਚੁਰਾਹੇ ਦੇ ਵਿੱਚ ਕੀਤੀ ਜਾਵੇ, ਉਹਦਾ ਸ਼ਰ ਧੜ ਤੋਂ ਅਲੱਗ ਕੀਤਾ ਜਾਵੇ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ 4 ਪੁੱਤਰਾਂ ਦੀ ਕੁਰਬਾਨੀ ਇਸ ਕਰਕੇ ਨਹੀਂ ਦਿੱਤੀ ਸੀ ਵੀ ਆਪਾਂ ਆਪਣੀ ਆਵਾਜ਼ ਚੁੱਪ ਕਰਕੇ ਬੈਠੀਏ। ਆਪਾਂ ਨੂੰ ਕੁਰਬਾਨੀ ਉਹਨਾਂ ਨੇ ਆਪਣੇ ਪੁੱਛਾਂ ਦੀ ਤਾਂ ਦਿੱਤੀ ਸੀਗੀ ਕਿ ਆਪਾਂ ਆਪਣੀ ਆਵਾਜ਼ ਤੇ ਇਨਕਲਾਬ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੀ ਆਵਾਜ਼ ਆਪਾਂ ਬੁਲੰਦ ਕਰ ਸਕੀਏ। ਕੋਈ ਨਹੀਂ ਕਰਦਾ ਆਪਣੇ ਆਪ ਦੇ ਟਾਈਮ 'ਚ ਆਪਣੀ ਆਵਾਜ਼ ਕੋਈ ਵੀ ਬੁਲੰਦ ਕਰਕੇ ਨਹੀਂ ਰਾਜੀ ਜੀ, ਕਿਉਂਕਿ ਸਮਾਂ ਹੈ ਜੀ। ਬਿਲਕੁਲ ਲੋਕ ਕਹਿੰਦੇ ਸਾਨੂੰ ਤਾਂ ਆਪਦੀ ਰੋਟੀ ਦੀ ਪਈ ਹੈ ਜੀ, ਅਸੀਂ ਕੀ ਲੈਣਾ ਕਿਸੇ ਤੋਂ। ਬਿਲਕੁਲ ਜੇ ਮੈਂ ਸੁਰਖੀਆਂ ਦੇ ਵਿੱਚ ਆ ਗਿਆ, ਫਲਾਣਾ ਮੈਨੂੰ ਚੱਕ ਕੇ ਲੈ ਗਿਆ, ਮੇਰੇ ਪਰਿਵਾਰ ਦਾ ਕੀ ਬਣੂ? ਇਹ ਤਾਂ ਹੈਗਾ, ਇਹ ਤਾਂ ਡਰ ਹੀ ਇਹ ਡਰੇ ਸਾਰਿਆਂ ਨੂੰ ਡਰ ਹੀ ਸੋ ਦੋਸਤੋ, ਇਦਾਂ ਦੀਆਂ ਘਟੀਆਂ ਸਰਕਾਰਾਂ ਤੋਂ ਕੋਈ ਡਰਨ ਦੀ ਲੋੜ ਨਹੀਂ, ਕਿਉਂਕਿ ਦੇਖੋ ਇਕਜੁੱਟ ਹੋ, ਜਿਹੜਾ ਗਲਤ ਹੋ ਰਿਹਾ ਉਹਦੇ ਵਿਰੁੱਧ ਆਵਾਜ਼ ਉਠਾਓ, ਉੱਥੇ ਤੁਹਾਡੀਆਂ ਆਵਾਜ਼ਾਂ ਬੁਲੰਦ ਹੋਣਗੀਆਂ। ਤੁਸੀਂ ਬੋਲੋਗੇ ਤਾਂ ਨਾਲ ਤੁਹਾਡੇ ਭਰਾ ਤੁਰਨਗੇ। ਜੇ ਹੁਣ ਤੁਸੀਂ ਨਹੀਂ ਬੋਲਣਾ, ਕਿਸੇ ਨਾਲ ਧੱਕਾ ਹੋ ਰਿਹਾ ਕੋਈ ਪਿੰਡ ਵਿੱਚ, ਕਿਸੇ ਸ਼ਹਿਰ ਵਿੱਚ, ਆਪਣੇ ਜਿੱਥੇ ਵੀ ਤੁਹਾਨੂੰ ਲੱਗ ਰਿਹਾ ਵੀ ਕੋਈ ਚੰਗਾ ਹੈਗਾ ਲੀਡਰ ਹੈਗਾ ਜਾਂ ਕੋਈ ਮੀਡੀਆ ਵਾਲਾ ਹੈਗਾ, ਜੋ ਵੀ ਤੁਹਾਡੀ ਨਿਗਾਹ 'ਚ ਲੱਗ ਰਿਹਾ ਉਹਦੇ ਤੱਕ ਗੱਲ ਜ਼ਰੂਰ ਦੱਸਿਆ ਕਰੋ ਜੀ। ਜੇ ਗੱਲ ਦੱਸੋਗੇ ਤਾਂ ਹੀ ਉਹਦਾ ਹੱਲ ਹੋਊਗਾ। ਵੀਰੇ ਘਰੇ ਬਹਿ ਕੇ ਨਹੀਂ ਸਰਨਾ ਹੈਗਾ। ਰਾਜੂ ਜੀ, ਮੈਂ ਤੁਹਾਡੀ ਗੱਲ ਵਿੱਚ ਕੱਟ ਰਿਹਾ, ਛੋਟੀ ਜਿਹੀ ਗੱਲ ਹੈ। ਪੱਤਰਕਾਰਿਤਾ ਇੱਕ ਪੱਤਰਕਾਰਿਤਾ ਕਿਸੇ ਸਮੇਂ ਦੇ ਵਿੱਚ ਇੱਕ ਇਹੋ ਜਿਹੀ ਚੀਜ਼ ਸੀ, ਚੌਥਾ ਸਤੰਭ ਕਿਹਾ ਗਿਆ ਦੁਨੀਆ ਦਾ। ਚੌਥਾ ਸਤੰਭ ਇਸ ਕਰਕੇ ਕਿਹਾ ਗਿਆ ਸਭ ਤੋਂ ਉੱਤੇ ਹੈ ਜੀ, ਨਿਆਂਪਾਲਿਕਾ ਤੋਂ ਵੀ ਉੱਤੇ ਹੈ ਇਹ। ਹਾਂਜੀ। ਅਗਰ ਜਦੋਂ ਨਿਆਂਪਾਲਿਕਾ ਕੰਮ ਕਰਨਾ ਹਟ ਜਾਂਦੀ ਹੈ, ਉਦੋਂ ਪੱਤਰਕਾਰਿਤਾ ਕੰਮ ਆਉਂਦੀ ਹੈ। ਬਿਲਕੁਲ ਜੀ। ਉਸ ਸਮੇਂ ਇੱਕ ਜਦੋਂ ਅਸੀਂ ਪੱਤਰਕਾਰਿਤਾ ਪਹਿਲਾਂ ਦੇ ਸਮੇਂ ਦੇ ਵਿੱਚ ਕਰਦੇ ਸੀ ਤਾਂ ਕਿਸੇ ਦੇ ਖਿਲਾਫ ਹੀ ਅਸੀਂ ਖਬਰ ਲਾਉਣ ਜਾਈਏ ਨਾ ਜੀ, ਤਾਂ ਲੋਕ ਸਾਨੂੰ ਪਾਣੀ ਤੋਂ ਬਿਨਾਂ ਨਹੀਂ ਛੱਡਦੇ ਸੀਗੇ, ਪਾਣੀ ਪੁੱਛੇ ਬਿਨਾਂ, ਚਾਹ ਪੁੱਛੇ ਬਿਨਾਂ, ਕੋਈ ਰੁਆਬ ਹੁੰਦਾ ਸੀ ਪੱਤਰਕਾਰ ਦਾ। ਅੱਜ ਲੋਕ ਚੱਪਲਾਂ ਨਾਲ ਮਾਰਦੇ ਆ ਪੱਤਰਕਾਰ ਨੂੰ, ਗਾਲਾਂ ਕੱਢਦੇ ਆ, ਕਿਉਂ? ਸਿਰਫ 2-400 ਰੁਪਏ ਵਿੱਚ ਵਿਕੇ ਪਏ ਆ ਉਹ। ਹਾਂਜੀ, ਇਹ ਤਾਂ ਹੁਣ ਆਵਾਜ਼ ਚੱਕੇ ਕੌਣ? ਚੱਕਣ ਵਾਲੇ ਤਾਂ ਵਿਕੇ ਪਏ ਆ। ਜਾਨੀ ਤਗੜੇ ਦੇ ਬੰਦ ਆਵਾਜ਼ ਜਾਂਦੀ ਨਹੀਂ। ਬਿਲਕੁਲ। ਕੋਈ ਤਗੜੇ ਲੀਡਰ ਨਾਲ ਕੁਝ ਹੋਇਆ ਹੁੰਦਾ ਜਾਂ ਕਿਸੇ ਵੀ ਤਗੜੇ ਬੰਦੇ ਨਾਲ ਹੋਇਆ, ਉਹਦੀ ਆਵਾਜ਼ ਹੁੰਦੀ ਨਹੀਂ, ਉੱਥੇ ਪੈਸੇ ਦੇ ਕੇ ਰਵਾ ਦਬ ਹੋ ਜਾਂਦਾ। ਬਿਲਕੁਲ ਦੋਸਤੋ, ਜਿਵੇਂ ਆਕਾਸ਼ ਜੀ ਨੇ ਦੱਸਿਆ ਵੀ ਪੱਤਰਕਾਰ ਚਲੋ ਵਿੱਚ ਕੁਝ ਹੈ ਜੋ ਇਦਾਂ ਦੇ ਕੰਮ ਕਰ ਰਹੇ ਆ, ਸਾਰੇ ਤਾਂ ਨਹੀਂ ਹੁੰਦੇ, ਤੇ ਮੇਰੀ ਉਹਨਾਂ ਨੂੰ ਵੀ ਗੁਜ਼ਾਰਿਸ਼ ਆ ਵੀ ਬਾਈ ਜੀ ਤੁਸੀਂ ਵੀ ਇਹ ਗੱਲਾਂ ਛੱਡੋ, ਇੱਕ ਇਨਸਾਫ ਤੌਰ ਤੇ ਸੱਚੇ ਦਿਲ ਨਾਲ ਤੁਰਿਆ ਕਰੋ। ਤੇ ਜੇ ਕਿਸੇ ਚੰਗੇ ਬੰਦੇ ਤੇ ਪੱਤਰਕਾਰ ਤੇ ਬਿਰਤਾ ਪੈਂਦੀ ਆ ਤਾਂ ਲੋਕਾਂ ਨੂੰ ਵੀ ਮੇਰਾ ਇਹ ਸੁਨੇਹਾ ਕਿ ਨਾਲ ਖੜਿਆ ਕਰੋ ਵੱਧ ਤੋਂ ਵੱਧ, ਕਿਉਂਕਿ ਤੁਹਾਡੇ ਲਈ ਹੋਏ ਬੈਰ ਮੁੱਲ ਲੈਂਦਾ ਫਿਰਦਾ ਜੀ ਅਗਲਾ। ਹਾਂਜੀ। ਠੀਕ ਆ ਜੀ, ਤੁਹਾਡਾ ਫਰਜ਼ ਬਣਦਾ ਉਹਦੇ ਨਾਲ ਖੜਨ ਦਾ। ਤੁਹਾਡੀ ਆਵਾਜ਼ ਹੀ ਪੱਤਰਕਾਰ ਬੁਲੰਦ ਕਰਦਾ ਵਾ। ਵੀ ਕਿਸੇ ਪੱਤਰਕਾਰ ਨਾਲ ਕੋਈ ਨਜਾਇਜ਼ ਹੋ ਜਾਵੇ ਉਹਦਾ ਸਾਥ ਨਾ ਦਈਏ, ਇਹ ਬਹੁਤ ਗਲਤ ਗੱਲ ਆ, ਕਿਉਂਕਿ ਗਾਂ ਤੋਂ ਵਿਸ਼ਵਾਸ ਨਹੀਂ ਹੁੰਦਾ ਹੈਗਾ ਜੀ। ਬਿਲਕੁਲ। ਸੋ ਜਿਹੜਾ ਕੋਈ ਪੱਤਰਕਾਰ ਤੁਹਾਨੂੰ ਲੱਗਦਾ ਵੀ ਸੱਚਾ ਬੰਦਾ ਹੈਗਾ, ਸੱਚਾਈ ਤੇ ਤੁਰਦਾ, ਤਾਂ ਲੋਕਾਂ ਨੂੰ ਵੀ ਮੇਰੀ ਇਹੀ ਗੁਜ਼ਾਰਿਸ਼ ਆ, ਹੱਥ ਜੋੜ ਕੇ ਉਹਨਾਂ ਦਾ ਸਾਥ ਦਿਆ ਕਰੋ। ਤੁਹਾਡੀਆਂ ਆਵਾਜ਼ਾਂ ਬੁਲੰਦ ਹੋਣਗੀਆਂ ਹੀ ਹੋਣਗੀਆਂ। ਜੇ ਤੁਸੀਂ ਇਹ ਗੱਲਾਂ ਸੋਚੋਗੇ ਤਾਂ ਤੁਹਾਡੇ ਲਈ ਵੀ ਕੋਈ ਚੰਗਾ ਜ਼ਰੂਰ ਸੋਚੂਗਾ ਜੀ। ਧਾਲੀਵਾਲ ਸਾਹਿਬ, ਮੈਨੂੰ ਇੱਕ ਗੱਲ ਦੱਸੋ ਜੀ, ਜਦੋਂ ਮਾਨਨੀय ਅਰਨਬ ਗੋਸਵਾਮੀ ਨੂੰ ਜੇਲ੍ਹ ਹੋਈ ਸੀ ਜੀ, ਤਾਂ ਸਾਰਾ ਮੁੰਬਈ ਹਿੱਲ ਗਿਆ ਸੀ ਜੀ, ਵੀ ਸਾਡੇ ਪੱਤਰਕਾਰ ਨੂੰ ਇਹ ਕਰਤਾ ਉਹ ਕਰਤਾ ਜੀ। ਹੁਣ ਇੱਕ ਬੱਚੀ ਦੇ ਨਾਲ ਰੇਪ ਹੋਇਆ ਜੀ, ਸੱਤਾਧਾਰੀ ਕੋਈ ਵੀ ਨਹੀਂ ਬੋਲਿਆ ਜੀ, ਬਾਲੀਵੁੱਡ ਦਾ ਬੰਦਾ ਕੋਈ ਨਹੀਂ ਬੋਲਿਆ, ਪੰਜਾਬ ਦਾ ਕੋਈ ਲੀਡਰ ਕੋਈ ਨਹੀਂ ਬੋਲਿਆ, ਕਿਸੇ ਦਾ ਇੰਟਰਵਿਊ ਆਇਆ? ਬਿਲਕੁਲ। ਕਿੰਨੀ ਗਲਤ ਗੱਲ ਹੈ। ਬਿਲਕੁਲ ਜੀ। ਸਾਰਾ ਜਦੋਂ ਇਹ ਕਹਿੰਦੇ ਨਾ VIP ਕਲਚਰ, ਇਹ ਜਿਸ ਦਿਨ ਖਤਮ ਹੋ ਗਿਆ ਇੰਡੀਆ ਕਾਮਯਾਬ ਹੋ ਜੂ, ਜਿਸ ਦਿਨ ਪ੍ਰੋਪਰ ਸਿੱਖਿਆ ਲੋਕਾਂ ਨੂੰ ਮਿਲ ਗਈ। ਬਿਲਕੁਲ। ਇਹ ਤਾਂ ਹੈ। ਬੱਚੇ ਕੁਝ ਜਿਨ੍ਹਾਂ ਨੂੰ ਇਹ ਖੋਟ ਹੈ ਮਨ ਦੇ ਵਿੱਚ, ਖੋਟ ਪਹਿਲੀ ਗੱਲ ਤਾਂ ਕੱਢੋ, ਉਹ ਸਿੱਧੂ ਸਾਹਿਬ ਵੀ ਇਹ ਗੱਲ ਕਹਿੰਦੇ ਹੁੰਦੇ ਨੇ, ਕਹਿੰਦੇ ਤਾਲੀਮ का जोर इतना, तहजीब का शोर इतना, बरकत क्यों नहीं होती तुम्हारी नीयत में खराबी है जी। ਤਾਂ ਨੀਅਤ ਸਾਫ਼ ਹੋਣ ਤਾਂ ਸਭ ਕੁਝ ਹੁੰਦਾ, ਰੱਬ ਵੀ ਥੱਲੇ ਹੀ ਹੈ, ਸਭ ਕੁਝ ਇੱਥੇ ਹੀ ਹੈ। ਜੇ ਨੀਅਤ 'ਚ ਤੁਹਾਡੇ ਖੋਟ ਹੈ ਨਾ ਤਾਂ ਕੁਝ ਵੀ ਨਹੀਂ ਮਿਲਦਾ। ਬਿਲਕੁਲ। ਪਹਿਲੀ ਗੱਲ ਤਾਂ ਨੀਅਤ ਸਾਫ਼ ਕਰੋ, ਸਿੱਖਿਆ ਲਓ ਤੇ ਏਕਾ ਕਰੋ, ਵੀ ਸਾਰਿਆਂ ਦਾ ਸਾਥ ਦਿਓ। ਬਿਲਕੁਲ। ਫਿਰ ਹੀ ਕਾਮਯਾਬ ਹੋ ਸਕਦੇ, ਅਦਰਵਾਈਜ਼ ਆਪਾਂ ਕਾਮਯਾਬ ਨਹੀਂ ਹੋ ਸਕਦੇ। ਬਿਲਕੁਲ। ਯਾਨੀ ਤੁਸੀਂ ਇਹ ਕਹਿਣਾ ਚਾਹੁੰਦੇ ਜਿੱਥੇ ਗਲਤ ਹੁੰਦਾ ਉੱਥੇ ਇਕਜੁੱਟ ਹੋ, ਉੱਥੇ ਵਿਰੋਧ ਕਰੋ ਜੀ ਗੱਲ ਦਾ। ਜਿੱਥੇ ਤੁਹਾਨੂੰ ਲੱਗ ਰਿਹਾ ਗਲਤ ਹੁੰਦਾ ਉੱਥੇ ਜਾ ਕੇ ਵਿਰੋਧ ਕਰੋ। ਤੁਹਾਡੇ ਨਾਲ ਤੁਰਨਗੇ ਲੋਕ। ਜੇ ਤੁਸੀਂ ਤੁਰੋਗੇ ਨਾ, ਪਹਿਲ ਕਰੋਗੇ ਤਾਂ ਨਾਲ ਤੁਰਨਗੇ। ਜਦੋਂ ਪਹਿਲ ਹੀ ਨਹੀਂ ਕਿਸੇ ਨੇ ਤੁਰਨਾ ਕੀ ਨਹੀਂ ਹੈ। ਇਹ ਤਾਂ ਹੈ। ਆਪਾਂ ਅਕਸਰ ਸੋਚ ਲੈਂਦੇ ਆ, ਇੱਕ ਦੂਜੇ ਨੂੰ ਕਹਿੰਦੇ ਨੇ ਤੂੰ ਤੁਰ ਭਾਈ, ਤੂੰ ਤੁਰ। ਇਹੀ ਗੱਲ ਆ। ਅਰੇ ਯਾਰ ਇਹ ਗੱਲਾਂ ਛੱਡੋ। ਅੱਜ ਕੱਲ ਦੀ ਜਨਰੇਸ਼ਨ ਆਪਣਾ ਆਪ ਦੇ ਵਾਰਿਸ ਪਤਾ ਕਿਹਨੂੰ ਕਹਾਉਂਦੀ ਹੈ? ਮੇਰਾ ਤਾਂ ਫੇਵਰੇਟ ਜੀ ਧਰਮਿੰਦਰ ਹੈ ਜੀ। ਮੇਰਾ ਤਾਂ ਜਿਹੜਾ ਅਭਿਨੇਤਾ ਹੈ ਨਾ, ਮੇਰਾ ਫੇਵਰੇਟ ਅਭਿਨੇਤਾ ਜਿਹੜਾ ਹੈਗਾ, ਮੇਰਾ ਐਕਟਰ ਜਿਹੜਾ ਫੇਵਰੇਟ ਹੈ ਉਹ ਧਰਮਿੰਦਰ ਹੈ। ਕੋਈ ਕੈਟਰੀਨਾ ਕੈਫ ਹੈ, ਕੋਈ ਹੈ ਸੁਪਰ ਹੀਰੋ ਮੇਰਾ ਉਹਨੂੰ ਕਹਿੰਦੇ ਆ। ਜਿਹੜੇ ਆਰਮੀ ਤੇ ਸਰਹੱਦਾਂ ਤੇ ਖੜੇ ਆ ਉਹਨਾਂ ਨੂੰ ਨਹੀਂ ਕੁਛ ਕਹਿੰਦਾ, ਨਹੀਂ ਕਹਿੰਦਾ ਹੈ ਨਾ। ਆਪਦੇ ਆਪ ਨੂੰ ਪੂਰਵਜ ਮਤਲਬ ਆਪਣੇ ਸੌਰੀ ਮੈਂ ਮਾਫੀ ਚਾਹਾਂਗਾ ਵੀ ਆ ਵਾਸ ਕਮਾਉਂਦੇ ਆ ਇਹਨਾਂ ਸੱਤਾਧਾਰੀਆਂ ਦਾ। ਵੀ ਕੋਈ ਕਹਿੰਦਾ ਹਰ ਹਰ ਮੋਦੀ, ਕੋਈ ਕਹਿੰਦਾ ਅਕਾਲੀ ਪਾਰਟੀ ਜਿੰਦਾਬਾਦ, ਆਮ ਆਦਮੀ ਪਾਰਟੀ ਜਿੰਦਾਬਾਦ। ਆਪਾਂ ਕਾਂਗਰਸ ਅਕਾਲੀਆਂ ਦੇ ਵਾਰਸ ਨਹੀਂ, ਆਪਾਂ ਕਰਤਾਰ ਸਿੰਘ ਸਰਾਭੇ ਦੇ ਵਾਰਸ ਹਾਂ, ਆਪਾਂ ਵਾਰਸ ਹਾਂ ਭਗਤ ਸਿੰਘ ਦੇ, ਆਪਾਂ ਵਾਰਸ ਹਾਂ ਰਾਜਗੁਰੂ ਦੇ, ਜਿਨ੍ਹਾਂ ਨੇ ਹੱਸਦੇ ਕੁਰਬਾਨੀਆਂ ਲੈ ਲਈਆਂ। ਆਪਾਂ ਇਹਨਾਂ ਦੀ
ਚਾਪਲੂਸੀ ਕਰਨ ਵਾਸਤੇ ਇਸ ਦੁਨੀਆ ਦੇ ਵਿੱਚ ਨਹੀਂ ਆਏ। ਬਿਲਕੁਲ। ਜਿਹਦੀ ਜ਼ਿੰਦਗੀ 'ਚ ਇਨਕਲਾਬ ਨਹੀਂ ਹੁੰਦਾ ਉਹਦੀ ਜ਼ਿੰਦਗੀ ਮੌਤ ਤੋਂ ਬੱਤਰ ਹੁੰਦੀ ਹੈ ਮੇਰੇ ਹਿਸਾਬ ਨਾਲ। ਉਹ ਤਾਂ ਹੈ। ਇਨਕਲਾਬ ਲਿਆਉਣਾ ਜ਼ਰੂਰੀ ਹੈ। ਹਾਂਜੀ ਹਾਂਜੀ ਬਿਲਕੁਲ ਜੀ, ਜਿੱਦਾਂ ਆਕਾਸ਼ ਜੀ ਨੇ ਕਿਹਾ ਇਨਕਲਾਬ ਜਿੰਦਾਬਾਦ। ਜ਼ਿੰਦਾਬਾਦ। ਸੋ ਇਨਕਲਾਬ ਲੈ ਕੇ ਆਉਣਾ ਬਹੁਤ ਜ਼ਰੂਰੀ ਆ। ਇਨਕਲਾਬ ਤਾਂ ਹੀ ਆਊਗਾ ਜੇ ਅਸੀਂ ਅੱਖਾਂ ਖੋਲਾਂਗੇ। ਜੀ ਬਿਲਕੁਲ। ਕੋਈ ਜ਼ੁਲਮ ਹੁੰਦਾ ਨਾ, ਸਾਡਾ ਫਰਜ਼ ਬਣਦਾ ਅੱਖਾਂ ਖੋਲਣ ਦਾ। ਵੀਰੇ ਇਹ ਨਾ ਦੇਖਿਆ ਕਰੋ ਉਹਦੇ ਨਾਲ ਹੋ ਗਿਆ, ਸਾਡੇ ਨਾਲ ਕਿਹੜਾ ਨਹੀਂ ਹੋਣਾ। ਹਾਂ। ਹੋਣਾ ਸਭ ਨਾਲ ਹੀ ਆ, ਕਿਸੇ ਨਾਲ ਅੱਜ ਹੋਣਾ, ਕਿਸੇ ਨਾਲ ਕੱਲ ਹੋਣਾ। ਬਿਲਕੁਲ ਜੀ ਬਿਲਕੁਲ। ਸੋ ਦੋਸਤੋ, ਕਿਸੇ ਤੇ ਵਿਪਤਾ ਪੈਂਦੀ ਆ, ਇਕੱਠੇ ਹੋ ਜਾਇਆ ਕਰੋ। ਇਕੱਠੇ ਹੋਣ ਦੇ ਨਾਲ ਹੀ ਤੁਹਾਡਾ ਹਰ ਕੰਮ ਹੱਲ ਹੋ ਜੂ। ਜੀ ਬਿਲਕੁਲ। ਜੇ ਤੁਸੀਂ ਸੋਚਿਆ ਨਾ ਵੀ ਉਹ ਆਪਾਂ ਕੀ ਕਰਦੇ ਆ, ਅੱਜ ਕੱਲ ਹਾਲਾਤ ਪਤਾ ਕੀ ਹੋਇਆ ਜੀ, ਗਵਾਂਢੀ ਤੇ ਵਿਪਤਾ ਪੈ ਗਈ, ਗਵਾਂਢੀਆਂ ਨੇ ਕਹਿਣਾ ਚੰਗਾ। ਹਾਂ ਉਹ ਤਾਂ ਹੈ। ਹੈਂ? ਇਹ ਗੱਲਾਂ ਛੱਡੋ, ਉਹਨਾਂ ਦੇ ਪੈ ਗਈ, ਕੱਲ ਨੂੰ ਉਹ ਵੀ ਤੁਹਾਨੂੰ ਇਹੀ ਕਹੂਗਾ। ਜੇ ਅੱਜ ਤੁਸੀਂ ਤੁਰੋਗੇ ਨਾ, ਉਹ ਵੀ ਤੁਹਾਡੇ ਨਾਲ ਤੁਰੂਗਾ। ਸੋ ਗੁਆਂਢੀਆਂ ਦਾ ਸਾਰਿਆਂ ਨੂੰ ਇਹੀ ਦਰਵਾਜ਼ਾ ਬੰਦ ਬੇਨਤੀ ਆ, ਹੋ ਜਾਂਦਾ। ਬਿਲਕੁਲ ਜੀ, ਕਿਸੇ ਤੇ ਵੀ ਕੋਈ ਪ੍ਰੋਬਲਮ ਆਉਂਦੀ ਆ ਵੀਰੇ, ਇਕੱਠੇ ਹੋ ਜਾਇਆ ਕਰੋ। ਇਕੱਠੇ ਹੋਣ ਨਾਲ ਹੱਲ 100 ਹੋ ਜਾਂਦੇ ਹੁੰਦੇ ਆ, ਇਕੱਲੇ ਇਕੱਲੇ ਨਹੀਂ ਹੱਲ ਹੁੰਦੇ ਹੈਗੇ। ਬਿਲਕੁਲ ਜੀ ਬਿਲਕੁਲ। ਨਾਲ ਜਦੋਂ ਖੜੋਗੇ, ਤੁਰੋਗੇ, ਸਾਰੇ ਹੱਲ ਹੋਣਗੇ। ਤਾਂ ਧਾਲੀਵਾਲ ਸਾਹਿਬ, ਤੁਹਾਨੂੰ ਮੈਂ ਇੱਕ ਛੋਟੀ ਜੀ ਗੱਲ ਦੱਸ ਦੇਣਾ ਚਾਹੁੰਦਾ ਵੀ ਰੌਲਾ ਭਾਜਪਾ ਦੇ ਵਿੱਚ ਇੱਕ ਬੰਬ ਵਿਸਫੋਟ ਹੋਇਆ ਨਾ, ਜਦੋਂ ਕਿਸਾਨਾਂ ਨੇ ਧਰਨਾ ਲਾਇਆ ਦਿੱਲੀ ਸਰਹੱਦਾਂ ਦੇ ਵਿੱਚ, ਹੈ ਨਾ। ਸਰਹੱਦਾਂ ਦੇ ਵਿੱਚ ਜਿਹੜੇ ਨਰਿੰਦਰ ਸਿੰਘ ਤੋਮਰ ਹੈ ਕ੍ਰਿਸ਼ੀ ਮੰਤਰੀ ਜੀ, ਨਰਿੰਦਰ ਸਿੰਘ ਤੋਮਰ ਜੀ ਇਸ ਕਰਕੇ ਨਹੀਂ ਪਰੇਸ਼ਾਨ ਵੀ ਇਹਨਾਂ ਨੂੰ ਬਿੱਲ ਸਮਝ ਨਹੀਂ ਆ ਰਹੇ, ਵੀ ਇਸ ਕਰਕੇ ਪਰੇਸ਼ਾਨ ਹੈ ਸਾਰਾ ਭਾਜਪਾ ਦਾ ਨੇਤਾ ਵੀ ਇਹਨਾਂ ਨੂੰ ਬਿੱਲ ਸਮਝ ਆ ਗਏ। ਸਮਝ ਰਹੇ ਹੋ ਨਾ ਤੁਸੀਂ ਇਸ ਗੱਲ ਨੂੰ? ਇਹਨਾਂ ਨੂੰ ਸਮਝ ਆ ਚੁੱਕੇ ਆ, ਲੋਕ ਕਈ ਹੱਦ ਤੱਕ ਸਮਝਦਾਰ ਹੋ ਚੁੱਕੇ ਨੇ ਇਹ ਧਰਨੇ ਕਰਕੇ। ਬਿਲਕੁਲ। ਜੇ ਇਹ ਬਿੱਲ ਨਾ ਆਉਂਦੇ ਤਾਂ ਲੋਕਾਂ 'ਚ ਇੱਕ ਨਹੀਂ ਹੋਣਾ ਸੀਗਾ। ਨਹੀਂ ਹੋਣਾ ਸੀ, ਨਹੀਂ ਹੋਣਾ। ਅੱਜ ਇੱਕ ਹੈ ਜੀ ਲੋਕਾਂ 'ਚ। ਬਿਲਕੁਲ। ਇਹ ਬਾਬੇ ਨਾਨਕ ਦੀ ਬਹੁਤ ਵੱਡੀ ਕਿਰਪਾ ਹੈ। ਜਿਹੜਾ ਚਲੋ ਮੋਦੀ ਦਾ ਇੱਕ ਪਾਸੇ ਮੈਂ ਸ਼ੁਕਰੀਆ ਜ਼ਰੂਰ ਕਰੂੰਗਾ, ਸਾਡੇ ਲੋਕ ਇੱਕ ਕਰਤੇ, ਸਾਰੇ ਕਿਸਾਨ ਭਾਈ ਇੱਕ ਕਰਤੇ। ਇਹ ਤਾਂ ਹੈਗਾ। ਨਹੀਂ, ਸ਼ੁਕਰੀਆ ਨਾ ਕਰੋ ਜੀ ਨਹੀਂ, ਸਰਕਾਰਾਂ ਇੱਕ ਗੱਲ ਪਿੱਛੇ ਤਾਂ ਜੀ ਮੈਂ ਕਹੂੰਗਾ ਜੀ ਉਹਨੂੰ ਵੀ ਸਾਡੇ ਭਾਈਚਾਰਾ ਸਾਰਾ ਇਕੱਠਾ ਕਰਤਾ। ਭਾਈਚਾਰਾ ਵੈਸੇ ਇਕੱਠਾ ਹੋਣਾ ਚਾਹੀਦਾ ਸੀ, ਭਾਈਚਾਰਾ ਪਰ ਲੜ ਕੇ ਕਰਤਾ, ਨਹੀਂ। ਪਰ ਦੇਸ਼ ਜਿਹੜਾ ਬਰਬਾਦ ਹੋਇਆ ਜੀ। ਹੁਣ ਕਿੰਨਾ ਨੁਕਸਾਨ ਹੁੰਦਾ ਪਿਆ, ਪੰਜਾਬ ਤਾਂ ਬਹੁਤ ਥੱਲੇ ਆ ਗਿਆ ਜੀ। ਇਹ ਬਹੁਤ ਥੱਲੇ ਆ ਗਿਆ। ਸਰ ਕਰੀਏ ਕੀ? ਹਰ ਕੋਈ ਨੋਚਦਾ। ਮੈਂ ਤੁਹਾਨੂੰ ਪਹਿਲੇ ਕਹਿੰਦਾ ਨਾ ਵੀ ਆਪਣਾ ਕੰਮ ਆਪਾਂ ਆਪ ਹੀ ਵਿਗਾੜਦੇ ਆ ਨਾ। 12,605 ਪਿੰਡ ਹੈ ਪੂਰੇ ਪੰਜਾਬ ਦੇ ਵਿੱਚ। ਜੀ, ਜੀ। ਜੇ 12,605 ਪਿੰਡਾਂ ਦੀ ਪੰਚਾਇਤਾਂ ਇਹ ਮਤਾ ਪਾਉਂਦੀਆਂ ਸੀ ਬਿੱਲ ਨਹੀਂ ਲੈਣਾ, ਤਾਂ ਕਿਸੇ ਦੇ ਪਿਓ ਦੀ ਮਜਾਲ ਨਹੀਂ ਸੀ ਵੀ ਪੰਜਾਬ ਦੇ ਵਿੱਚ ਬਿੱਲ ਪਾਸ ਹੋ ਜਾਂਦਾ। ਹਾਂਜੀ ਇਹ ਤਾਂ ਹੈਗਾ। ਪਰ ਉਹ ਲੋਕਡਾਊਨ 'ਚ ਕਹਿੰਦੇ ਹੋਇਆ ਉਹ ਵੀ ਵਿਕੇ ਹੋਏ ਨੇ। ਉਹ ਵੀ ਵਿਕੇ। ਅਗਲੇ ਕਹਿੰਦੇ ਅਸੀਂ ਤਾਂ ਇੰਡੈਵਰ 'ਚ ਘੁੰਮਣਾ, ਲੋਕੀ ਜਾਂ ਐਸੀ ਤਾਂ ਅਸੀਂ ਕਰਾਂਗੇ। ਬਿਲਕੁਲ ਵੀਰੇ, ਇੱਥੇ ਮੈਂ ਤੁਹਾਡੀ ਗੱਲ ਇੱਕ ਕਰ ਰਿਹਾ। ਪੰਚਾਇਤਾਂ ਨੇ ਨਹੀਂ ਮਤਾ ਪਾਇਆ, ਮਤਾ ਪਾਇਆ ਸਾਡੇ ਮੰਤਰੀਆਂ ਨੇ ਜੀ। ਠੀਕ ਆ ਜੀ, ਉਹਨਾਂ ਦਾ ਘਰਾਓ ਕਰਨਾ ਚਾਹੀਦਾ ਸੀ। ਅੱਛਾ, ਤੇ ਇਸਤੀਫਾ ਕਿਉਂ ਨਹੀਂ ਦਿੱਤਾ ਜਦੋਂ ਐਗਰੀ ਨਹੀਂ ਸੀ ਉਹ? ਪੰਜਾਬ ਦੇ ਮੰਤਰੀਆਂ ਨੇ ਇਸਤੀਫਾ ਕਿਉਂ ਨਹੀਂ ਦਿੱਤਾ ਭਾਜਪਾ ਨੂੰ? ਵਿੱਚ ਇੱਕ ਦੋ ਨੇ ਦੇਤਾ, ਬਾਕੀ ਰਲਵੀਂ ਮਿਲਵੀਂ ਉਹ ਤਾਂ ਦੇਤਾ ਕਿਉਂਕਿ ਗਾਂ ਐਮਐਲਏ ਦੀਆਂ ਵੋਟਾਂ ਆ ਰਹੀਆਂ। ਐਮਐਲਏ ਦੇ ਵੋਟਾਂ ਆ ਰਹੀਆਂ ਨੇ। ਇਹ ਸਭ ਜਣੇ ਇੱਕ ਏਜੰਡਾ ਦਾਇਰੇ ਦੇ ਵਿੱਚ। ਉਹ ਇਹ ਨਾਲ ਮਿਲ ਕੇ ਇੱਕ ਕਮਰੇ ਦੇ ਵਿੱਚ ਮੀਟਿੰਗਾਂ ਹੁੰਦੀਆਂ, ਇਹੀ ਚੀਜ਼ਾਂ ਦੀਆਂ ਮੀਟਿੰਗਾਂ ਹੁੰਦੀਆਂ। ਬਿਲਕੁਲ ਜੀ, ਬਿਲਕੁਲ। ਵੀ ਲੋਕਾਂ ਨੂੰ ਕਿਵੇਂ ਗੁੰਮਰਾਹ ਕੀਤਾ ਜਾਵੇ। ਬਿਲਕੁਲ ਜੀ। ਚਲੋ ਆਕਾਸ਼ ਜੀ, ਆਪਾਂ ਮੁੜ ਕੇ ਉੱਥੇ ਹੀ ਹੋਣੇ ਆ, ਕਿਉਂਕਿ ਦੇਖੋ ਹੁਣ ਲੁਧਿਆਣੇ 'ਚ ਬਹੁਤ ਵੱਡਾ ਹਾਦਸਾ ਹੋਇਆ। ਆਪਾਂ ਇਹਨੂੰ ਕਹਿ ਦਈਏ ਇੱਕ ਨਿੰਦਣਯੋਗ ਘਟਨਾ ਜੀ। ਹਾਂਜੀ ਬਹੁਤ। ਉੱਥੇ ਦੇਖੋ ਲੁਧਿਆਣਾ ਇੱਕ ਜ਼ਿਲ੍ਹਾ, ਟੌਪ ਦਾ ਜ਼ਿਲ੍ਹਾ ਜੀ। ਜੀ। ਉੱਥੇ ਹਰ ਇੱਕ ਪੁਲਿਸ ਉੱਚ ਅਧਿਕਾਰੀ ਬੈਠਾ ਜੀ। ਜੱਜ ਕਚਹਿਰੀ ਸਾਰੀ ਉੱਥੇ ਲੱਗੀ ਹੋਈ ਆ। ਹਾਂਜੀ ਡੀਸੀ ਸਾਹਿਬ ਉੱਥੇ ਬਹਿੰਦੇ ਆ। ਹਾਂਜੀ। ਸੋ ਫਿਰ ਆਪਾਂ ਮੁੜ ਕੇ ਉੱਥੇ ਹੋਣੇ ਆ ਵੀ ਇੰਨਾ ਡਿਲੇ ਕਿਉਂ ਹੋ ਰਿਹਾ ਇਹ ਕੰਮ ਦੇ ਵਿੱਚ। ਜਦੋਂ ਪਤਾ ਲੱਗ ਗਿਆ ਇੱਕ 6 ਸਾਲ ਦੀ ਬੱਚੀ ਨਾਲ ਰੇਪ ਹੋ ਗਿਆ, ਤਾਂ ਉਹ ਦਰਿੰਦੇ ਅਜੇ ਤੱਕ ਕਿਉਂ ਨਹੀਂ ਟੰਗੇ ਗਏ? ਟੰਗੜਾ ਦਾ ਦੂਰ ਦੀ ਗੱਲ ਹੈ, ਫੜੇ ਵੀ ਨਹੀਂ ਗਏ। ਇੱਥੇ ਡਿਲੇ ਕਿਉਂ ਹੋ ਰਿਹਾ ਜੀ? ਸਰ ਉਹਦੇ ਵਿੱਚ ਤਾਂ ਡਿਲੇ ਤਾਂ ਚਲੋ ਕੁਝ ਤਾਂ ਮੈਂ ਮੰਨਦਾ, ਕੁਝ ਮੈਂ ਇੱਕ ਗੱਲ ਹੀ ਕਹਿਣਾ ਚਾਹੂੰਗਾ, ਹਰ ਗਲਤ ਬੰਦਾ ਹਰ ਇੱਕ ਥਾਂ ਤੇ ਗਲਤ ਨਹੀਂ ਹੁੰਦਾ, ਹਰ ਇੱਕ ਸਹੀ ਬੰਦਾ ਹਰ ਇੱਕ ਥਾਂ ਤੇ ਸਹੀ ਨਹੀਂ ਹੁੰਦਾ ਜੀ। ਹਲੇ ਇਨਵੈਸਟੀਗੇਸ਼ਨ ਚੱਲੇ, ਮੈਂ ਪਕਸ਼ ਨਹੀਂ ਲੈ ਰਿਹਾ ਉਹਨਾਂ ਦਾ ਕਿਉਂਕਿ ਮੇਰੇ ਅਕੋਰਡਿੰਗ ਇਹ ਹੈ ਵੀ ਜਿਹੜੀ ਇਹ ਵਿਪਕਸ਼ੀ ਸੱਤਾਧਾਰੀ ਪਾਰਟੀਆਂ ਨੇ ਉਹ ਜਾਣਬੁੱਝ ਕੇ ਵੀ ਕਈ ਵਾਰੀ ਇਹ ਕੰਮ ਕਰਵਾਉਂਦੀਆਂ ਨੇ ਪਬਲਿਸਿਟੀ ਸਟੰਟ ਲੈਣ ਵਾਸਤੇ। ਨਹੀਂ ਇਹ ਤਾਂ ਯਾਰ ਬਹੁਤ ਨਿੰਦਣਯੋਗ ਕੰਮ ਆ ਜੀ। ਇਹ ਸਟੰਟ ਵਾਲਾ ਕੰਮ ਨਹੀਂ, ਇਹ ਤਾਂ ਇੱਕ ਬੱਚੀ ਆ, ਉਹ ਬੇਜ਼ਬਾਨੀ ਵਿਚਾਰੀ ਛੋਟੀ। ਹੁਣ ਬਸ ਇੰਨਾ ਇਹਦੇ ਵਿੱਚ ਇਦਾਂ ਦੀ ਕੋਸ਼ਿਸ਼ ਜਾਵੇ ਇਹਦੇ ਵਿੱਚ। ਮੇਰੀ ਸੋਚ ਦਾ ਮਤਲਬ ਇਹ ਆ, ਮਤਲਬ ਜਿਹੜੇ ਵੀ ਸਕੂਲ ਦੇ ਵਿੱਚ ਇਹ ਕੰਮ ਹੋਇਆ ਵਾ, ਉਹ ਸਿਰਫ ਸਕੂਲ ਦਾ ਆਪਦਾ ਪੈਸਾ ਜਾਂ ਉਹਨਾਂ ਨੂੰ ਉਹਨਾਂ ਨੇ ਆਪਦੀ ਪਾਵਰ ਲਾ ਕੇ ਇਹ ਕੰਮ ਨੂੰ ਡਿਲੇ ਕਰਦੇ ਪਏ ਆ, ਹੋਰ ਕੁਝ ਨਹੀਂ ਹੈ। ਸਕੂਲ ਦੀ ਬਦਨਾਮੀ ਹੁੰਦੀ ਆ। ਬਿਲਕੁਲ ਯਾਰ ਮੇਰੀ ਗੱਲ ਸੁਣੋ ਇੱਕ ਸਰ, ਮੈਂ ਤੁਹਾਨੂੰ ਦੱਸ ਰਿਹਾ, ਬਦਨਾਮੀ ਤੋਂ ਡਰਦੇ ਆ। ਕਿਸੇ ਦੀ ਧੀ ਨਾਲ ਇਹ ਕੰਮ ਹੋ ਗਿਆ, ਕਿਸੇ ਦੀ ਭੈਣ ਨਾਲ ਇਹ ਕੰਮ ਹੋ ਗਿਆ, ਇਤੋਂ ਇੱਜ਼ਤ ਕੀ ਪਿਆ ਇਹਨਾਂ ਨੂੰ? ਕੀ ਪਿਆਰੀ ਉਹਨਾਂ ਨੂੰ ਨਹੀਂ ਨਾ ਇਹ ਚੀਜ਼ਾਂ, ਉਹਨਾਂ ਦਾ ਆਪਦਾ ਜਿਹੜਾ ਪੈਸਾ ਹੁੰਦਾ ਨਾ, ਉਹਨਾਂ ਦੀ ਇੱਜ਼ਤ ਕਾਹਦੀ ਇੱਜ਼ਤ ਆ? ਜਦੋਂ ਇਹ ਕੰਮ ਹੋ ਗਿਆ ਜਿਹਨੇ ਵੀ ਕੀਤਾ, ਹਾਂਜੀ ਉਹਨੂੰ ਜਦੀ ਐਟ ਏ ਟਾਈਮ ਉਹਦੀ ਇਨਕੁਆਇਰੀ ਉਸੇ ਟਾਈਮ ਫੜਿਆ ਜਾਣਾ ਚਾਹੀਦਾ। ਇਨਕੁਆਇਰੀ ਕਰਕੇ ਅਗਰ ਉਹ ਦੋਸ਼ੀ ਪਾਇਆ ਜਾਂਦਾ, ਹਾਂਜੀ
ਠੀਕ ਆ ਜੀ ਜੀ। ਚਲੋ ਉਹਦੇ ਕਾਰਵਾਈ ਹੁੰਦੀ। ਦੇਖੋ ਇਹ ਮੈਂ ਗੱਲ ਤੁਹਾਡੀ ਮੰਨਦਾ ਵੀ ਕੁਝ ਸਮੇਂ ਦੇ ਵਿੱਚ ਬੰਦੇ ਨੂੰ ਸਮਝਣ ਨੂੰ ਟਾਈਮ ਲੱਗਦਾ, ਕੋਈ ਵੀ ਚਾਹੇ ਗਲਤ ਆ ਚਾਹੇ ਸਹੀ ਆ। ਬਿਲਕੁਲ ਜੀ, ਬਿਲਕੁਲ ਅਗਰ ਉਹ ਦੋਸ਼ੀ ਪਾਇਆ ਜਾਂਦਾ ਤਾਂ ਉਹਨੂੰ ਵਿੱਚ ਚੜਾਹੇ ਦੇ ਖੜ ਕੇ ਲੋਕਾਂ ਦੇ ਵਿੱਚ ਜੀ। ਉਹਨੂੰ ਉਹੋ ਜਿਹਾ ਹਸ਼ਰ ਕਰੋ ਕਿ ਅੱਗੇ ਤੋਂ ਕੋਈ ਇਹ ਚੀਜ਼ ਬਾਰੇ ਸੋਚੇ ਨਾ, ਸੋਚ ਵੀ ਕਿਸੇ ਨਾ। ਬਾਰੇ ਮਾੜੀ ਅੱਖ ਨਾ ਰੱਖੇ। ਉਹ ਕਿ ਕੋਈ ਹੋਰ ਬਣਾ ਸੋਚੇ। ਬਿਲਕੁਲ ਜੀ। ਸਰ ਇਹ ਜੀ। ਤੁਸੀਂ ਬੜੀ ਹੀ, ਮੈਂ ਤੁਹਾਨੂੰ ਵਧੀਆ ਗੱਲ ਦੱਸਣ ਲੱਗਿਆ। ਤਾਂ ਛੋਟਾ ਜਦੋਂ ਮੈਂ ਹੁੰਦਾ ਸੀ ਨਾ ਤਾਂ ਇੱਕ ਫਿਲਮ ਮੈਂ ਦੇਖੀ ਸੀ ਦਿਲ ਜਲੇ। ਜੀ ਦਿਲ ਜਲੇ ਦੇ ਵਿੱਚ ਨਾ ਇੱਕ ਡਾਇਲੋਗ ਬੜਾ ਅਮਰੀਸ਼ ਪੁਰੀ ਸਾਹਿਬ ਜੀ ਬੋਲਦੇ ਹੁੰਦੇ ਆ। ਜੀ। ਕਹਿੰਦੇ ਦੇਖੋ ਗੁਲ ਦੇਖੋ, ਨੇਤਾ ਔਰ ਆਤੰਕਵਾਦੀ ਹੱਥ ਮਿਲਾ ਰਹੇ ਹੈ। ਜੀ ਕਿੱਥੇ ਜਾਂਦੀ ਉਹ ਗੱਲ? ਅੱਜ ਦੀ ਗੱਲ ਹੋਈ ਪਈ ਹੈ ਕਿ ਨਹੀਂ ਹੋਈ? ਬਿਲਕੁਲ ਹਾਂਜੀ ਹਾਂਜੀ ਹਾਂਜੀ। ਹੈ ਨਾ। ਕਹਿੰਦੇ ਵੀ ਜੇ ਮੇਰੇ ਤੋਂ ਕੋਈ ਪੁੱਛੇ ਨਾ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਅੰਤਰ ਕੀ ਹੈ, ਤਾਂ ਮੈਂ ਕਹੂੰਗਾ ਪਾਕਿਸਤਾਨ ਵਾਲੇ ਬੁਰੇ ਬਣ ਕੇ ਆਤੰਕ ਫੈਲਾਉਂਦੇ ਆ, ਆਪਣੇ ਹਿੰਦੁਸਤਾਨੀ ਚਿੱਟੇ ਕੱਪੜੇ ਪਾ ਕੇ ਆਤੰਕ ਫੈਲਾਉਂਦੇ ਆ। ਫਰਕ ਕੋਈ ਨਹੀਂ ਹੈਗਾ ਜੀ। ਇਹ ਵੀ ਪਾਕਿਸਤਾਨ ਤੋਂ ਉੱਤੇ ਹੀ ਕਹੂੰਗਾ ਆਤੰਕਵਾਦ ਫੈਲਾਉਣ ਦੇ ਵਿੱਚ। ਬਿਲਕੁਲ। ਇੱਥੇ GDP ਸਭ ਤੋਂ ਡਾਊਨ। ਜੀ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅਕੋਰਡਿੰਗ 123ਵੇਂ ਨੰਬਰ ਤੇ ਹੈ ਹੈਲਥ ਦੇ ਅਕੋਰਡਿੰਗ ਆਪਣਾ ਭਾਰਤ। ਜੀ। ਸਿੱਖਿਆ ਦੇ ਮਾਮਲੇ 'ਚ ਪਿੱਛੇ ਪਾਕਿਸਤਾਨ ਤੋਂ ਵੀ, ਬਿਲਕੁਲ। ਤੇ ਹੈਲਥ ਦੇ ਮਾਮਲੇ 'ਚ ਤਾਂ ਹੈਗਾ ਹੀ ਹੈ। ਬਿਲਕੁਲ। ਆਪਣੇ ਦੇਸ਼ ਦੇ ਵਿੱਚ ਹਰ ਇੱਕ 1000 ਨਾਗਰਿਕ ਦੇ ਮਗਰ 1000 ਬੈੱਡ ਹੀ ਹੋਣਾ ਚਾਹੀਦਾ ਇੱਕ ਹਸਪੀਟਲ ਦੇ ਵਿੱਚ। ਸਪੋਜ਼ ਹਾਂਜੀ, ਕਰੋ ਹਾਂਜੀ, ਬਿਲਕੁਲ। ਹੈਗਾ 123 193। ਮੇਰਾ ਐਕਸੀਡੈਂਟ ਹੋਇਆ ਸੀਗਾ ਸਰ, ਮੈਂ 2 ਘੰਟੇ ਸਟ੍ਰੈਚਰ ਤੇ ਪਿਆ ਰਿਹਾ। ਜੀ। 2 ਘੰਟੇ ਸਟ੍ਰੈਚਰ ਤੇ ਪਿਆ ਰਿਹਾ ਤੇ ਪ੍ਰਾਈਵੇਟ 'ਚ ਲੈ ਕੇ ਨਹੀਂ ਜਾ ਸਕਦੇ ਸੀ ਕਿਉਂਕਿ MLR ਨਹੀਂ ਬਣਨੀ ਸੀਗੀ ਉਹ ਜੀ। ਜੀ। ਉਹਦੇ ਖਿਲਾਫ। ਉੱਥੋਂ ਮੈਨੂੰ ਪਤਾ ਲੱਗੇ ਵੀ ਇੱਥੇ ਹੈਲਥ ਸਿੱਖਿਆ ਤੇ ਕੁਝ ਵੀ ਨਹੀਂ ਹੈਗਾ ਇੱਥੇ। ਬਾਕੀ ਇੱਕ ਗੱਲ ਕਹੀਏ ਤਾਂ ਸਾਰੀ ਗੱਲ ਘੁੰਮਾ ਕੇ ਪਤਾ ਹੀ ਜਾਂਦੀ ਹੈ। ਆਪਾਂ ਹੀ ਸਰਕਾਰਾਂ ਪੂਰਾ ਬਣਾਉਂਦੇ ਦੇਸ਼ ਹੀ ਵਿੱਚ ਆ। ਬਿਲਕੁਲ ਹਾਂ ਵਿਗਿਆ ਵੀ ਹੋਇਆ ਆਪਾਂ ਹੀ ਤਾਂ ਕਰੀਏ ਸਰਕਾਰਾਂ ਬਣਾਉਣੇ ਆ, ਸਰਕਾਰਾਂ ਆਪਣੇ ਥੱਪੜ ਮਾਰਦੀ ਆ। ਜੀ ਬਿਲਕੁਲ ਜੀ, ਜਿਵੇਂ ਜਸ਼ਨ ਜੀ ਨੇ ਕਿਹਾ ਬਿਲਕੁਲ ਆਪਾਂ ਹੀ ਸਰਕਾਰਾਂ ਬਣਾਉਣੇ ਆ। ਚਲੋ ਕੁਛ ਇਹ ਵੀ ਹੁੰਦਾ ਜੀ, ਸਰਕਾਰਾਂ ਬਿਨਾਂ ਬਣਾਏ ਤੋਂ ਵੀ ਬਣ ਜਾਂਦੀਆਂ। ਬਿਨਾ ਬਣਾਏ ਤੋਂ ਬਣ ਜਾਂਦੀਆਂ। ਕਿਸ ਤਰ੍ਹਾਂ? EPM ਦਾ ਘਪਲਾ ਕਿੱਡਾ ਵੱਡਾ, ਉਹ ਬਿਨਾਂ ਬਣਾਏ ਤੋਂ ਹੀ ਬਣ ਗਈਆਂ। ਲੋਕਾਂ ਨੂੰ ਪਤਾ ਨਹੀਂ ਲੱਗਿਆ ਮੇਰੀ ਵੋਟ ਕਿੱਧਰ ਪਈ ਆ, ਤੁਹਾਡੀ ਵੋਟ ਕਿੱਧਰ ਪਈ ਆ, ਬਣ ਕੋਈ ਕੌਣ ਹਾਂ ਗਿਆ। ਉਹ ਐਵੇਂ ਦੇ ਇਹਨਾਂ ਦੇ ਬਾਰੇ ਕੀ ਉਹ ਕਹੋ? ਸਾਹਮਣੇ ਵੀ ਕੈਮਰਾ ਮਤਲਬ ਆਮ ਲੋਕਾਂ ਨੇ ਜਿਨ੍ਹਾਂ ਨੇ ਵੋਟ ਪਾਉਣ ਲੱਗ ਗਏ ਆ, ਉਹਨਾਂ ਨੇ ਆਪ ਉਹ ਕੈਮਰੇ ਨਾਲ ਵੀਡੀਓ ਬਣਾ ਕੇ ਬਟਨ ਹੋਰ ਨੱਪਦੇ ਹੀ ਵੋਟ ਕਿਤੇ ਹੋਰ ਜਾਂਦੀ ਸੀ। ਦੇਖੋ ਜੀ, ਇਹ ਦੇਖੋ ਕਿੱਡਾ ਘਪਲਾ ਵਾ। ਉਹਦੇ ਵਿੱਚ ਮੋਦੀ ਸਾਹਿਬ ਨੇ ਉਹ ਸਾਫ਼ ਹੀ ਕਰਤਾ ਜੀ, ਇਹਦਾ ਕੋਈ ਮਸਲਾ ਨਹੀਂ ਹੈਗਾ। ਕਲੀਨ ਚੈਟ ਦੇਤੀ ਸੀ ਜੀ ਜੀ। ਵੀ ਇਹ ਕਪੜਾ ਇੱਕ ਅੱਧੀਆਂ ਮਸ਼ੀਨਾਂ ਦੇ ਵਿੱਚ ਸੀਗਾ, ਸਾਰੀਆਂ ਦੇ ਵਿੱਚ ਨਹੀਂ ਸੀ। ਸਰ ਤੇ ਜਸ਼ਨ- ਮੋਦੀ ਸਾਹਿਬ ਤਾਂ ਕਹਿੰਦੇ ਇਹ ਕਿਉਂਕਿ ਕੋਈ ਵੀ ਆਪਣੇ ਬੱਚੇ ਨੂੰ ਮਾੜਾ ਨਹੀਂ ਕਹਿੰਦਾ, ਹਾਂਜੀ ਹਾਂਜੀ, ਇਹ ਤਾਂ ਹੈਗਾ। ਤਾਂ ਬਾਹਰ ਵਾਲੇ ਹੀ ਕਹਿੰਦੇ ਨੇ ਵੀ ਤੁਹਾਡਾ ਬੱਚਾ ਹੈ ਜਾਂ ਤੁਹਾਡਾ ਬੱਚਾ ਹੈ ਜਾਂ। ਜੇ EVM ਹੈਗੀ ਆ ਤਾਂ BJP ਹੈ। ਬਿਲਕੁਲ। ਤੇ ਜਸ਼ਨ ਜੀ ਕੋਈ ਮੈਸੇਜ ਸਾਡੇ ਦੋਸਤਾਂ ਨੂੰ? ਮੈਸੇਜ ਸਿਰਫ ਇਹੀ ਆ ਦੋਸਤੋ ਕਿ ਜਦੋਂ ਵੀ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਆ, 6 ਸਾਲ ਦੀ ਬੱਚੀ ਆ, ਮਤਲਬ ਇਸ ਟਾਈਮ ਆਪਾਂ ਨੂੰ ਇਕੱਠੇ ਹੋਣਾ ਚਾਹੀਦਾ। ਕੋਈ ਨਹੀਂ ਕਿਸੇ ਨੂੰ ਜਾਤੀ ਪਾਤ ਕਿਸੇ ਦਾ ਕੁਝ ਨਹੀਂ ਵੀ ਮੇਰੇ ਨਾਲ ਨਹੀਂ ਹੋਇਆ ਉਹਦੇ ਨਾਲ ਹੋ ਗਿਆ, ਜਾਣੀ ਇੱਕ ਹੋ ਕੇ ਤੁਰਨਾ ਪੈਣਾ ਆਪਾਂ ਨੂੰ, ਤਾਂ ਹੀ ਉਹ ਬੱਚੀ ਨੂੰ ਇਨਸਾਫ ਮਿਲ ਸਕਦਾ। ਬਿਲਕੁਲ ਜੀ। ਸੋ ਕਾਜ ਜੀ ਤੁਸੀਂ ਵੀ 2 ਸ਼ਬਦ ਜ਼ਰੂਰ ਕਹੋ ਜੀ। ਇਹ ਮੇਰਾ ਮੈਸੇਜ ਤਾਂ ਸਾਰੇ ਬੰਦਿਆਂ ਨੂੰ, ਸਾਰੇ ਭਰਾਵਾਂ ਨੂੰ ਮੈਂ ਇੱਕੋ ਹੀ ਮੈਸੇਜ ਦੇਣਾ ਚਾਹੂੰਗਾ, ਵੱਧ ਤੋਂ ਵੱਧ ਪੜ੍ਹੋ, ਵੱਧ ਤੋਂ ਵੱਧ ਸਮਝੋ ਉਸ ਚੀਜ਼ ਨੂੰ, ਗਹਿਰਾਈ ਤੱਕ ਜਾਓ। ਕਿਤੇ ਵਿਰੋਧ ਹੁੰਦਾ ਹੋਵੇ ਆਪਦੀ ਇਨਕਲਾਬ ਆਵਾਜ਼ ਨੂੰ ਬੁਲੰਦ ਕਰੋ, ਬੁਲੰਦੀ ਨਾਲ ਹੀ ਸਭ ਕੁਝ ਮੁਮਕਿਨ ਹੈ। ਕਹਿੰਦਾ ਨਹੀਂ ਤਾਂ ਇੰਡੀਆ ਦੀਆਂ ਸਰਕਾਰਾਂ ਆਪਾਂ ਨੂੰ ਜਿਉਣ ਨਹੀਂ ਦਿੰਦੀਆਂ। ਉਹ ਕਹਿੰਦੇ ਨਾ, ਕਹਿੰਦਾ ਦ੍ਰੋਪਦੀ ਦੇ ਵਾਂਗੂ ਇਹ ਤੈਨੂੰ ਜੂਏ 'ਚ ਹਾਰ ਦੇਣਗੇ, ਉਹ ਉੱਠ ਜਾ ਪੰਜਾਬ ਸਿਆਂ ਇਹ ਤੈਨੂੰ ਮਾਰ ਦੇਣਗੇ। ਬਿਲਕੁਲ ਸਹੀ ਬਿਲਕੁਲ। ਇਹ ਉੱਠ ਜਾ ਪੰਜਾਬ ਸਿਆਂ ਇਹ ਤੈਨੂੰ ਮਾਰ ਦੇਣਗੇ। ਇਹੋ ਜਿਹੇ ਸ਼ੈਤਾਨ ਨੂਮਾ ਲੋਕ ਜਿਹੜੇ ਆਪਣੇ ਸੱਤਾ ਦੇ ਵਿੱਚ ਬੈਠੇ ਨਾ, ਇਹ ਉਦੋਂ ਹੀ ਪਿੱਛੇ ਹਟ ਸਕਦੇ ਜਦੋਂ ਆਪਣੀ ਆਵਾਜ਼ ਬੁਲੰਦ ਹੋਊਗੀ, ਆਪਣੀ ਸਿੱਖਿਆ ਬੁਲੰਦ ਹੋਊਗੀ। ਉਸ ਕਰਕੇ ਉਸ ਤੋਂ ਬਿਨਾਂ ਨਹੀਂ ਹੋ ਸਕਦਾ। ਬਹੁਤ ਹੀ ਵਧੀਆ ਗੱਲ ਕਹੀ ਆ, ਉੱਠ ਜਾ ਪੰਜਾਬ ਸਿਆਂ ਨਹੀਂ ਤੈਨੂੰ ਇਹ ਮਾਰ ਦੇਣਗੇ। ਸੋ ਗੱਲ ਵੀ ਅੱਜ ਉਹੀ ਗੱਲ ਆ, ਜੇ ਨਾ ਉੱਠੇ ਤਾਂ ਵੀਰੇ ਅਸੀਂ ਮਰੇ ਲੋ। ਬਿਲਕੁਲ ਜੀ। ਕਿਉਂਕਿ ਜਦੋਂ ਅਸੀਂ ਹੱਕ ਹੀ ਨਹੀਂ ਮੰਗਣੇ, ਆਪਦੀ ਆਵਾਜ਼ ਨਹੀਂ ਚੱਕਣੀ, ਤਾਂ ਫਿਰ ਦੁਨੀਆ ਤੇ ਆਉਣ ਦਾ ਫਾਇਦਾ ਵੀ ਕੀ ਆ। ਸੋ ਦੋਸਤੋ, ਜਦੋਂ ਵੀ ਕੋਈ ਘਟੀਆ ਕੰਮ ਹੁੰਦਾ ਜੀ ਜਾਂ ਕਿਸੇ ਨਾਲ ਗਲਤ ਹੁੰਦਾ, ਉਹਦਾ ਵੱਧ ਤੋਂ ਵੱਧ ਸਾਥ ਦਿਆ ਕਰੋ ਵੀਰ ਦਾ, ਤਾਂ ਉਹਦਾ ਹੌਸਲਾ ਬੁਲੰਦ ਹੋਵੇ ਤੇ ਆਪਦੀਆਂ ਆਵਾਜ਼ ਬੁਲੰਦ ਕਰ ਸਕੇ, ਉਹਦੇ ਨਾਲ ਤੁਰਿਆ ਕਰੋ। ਸੋ ਭੈਣ ਭਰਾਵਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਆ। ਸੋ ਜਾਂਦੇ ਜਾਂਦੇ ਸਾਨੂੰ ਤਾਂ ਹੁਣ ਇਜਾਜ਼ਤ ਜੀ। ਤੁਸੀਂ ਦੇਖ ਰਹੇ ਹੋ ਤਨੂੰ TV, ਮੈਂ ਤੁਹਾਡਾ ਆਪਣਾ ਰਾਜੂ ਢਾਲੀਵਾਲ, ਮੇਰੇ ਨਾਲ ਮੇਰਾ ਵੀਰ ਜਸ਼ਨ ਜਗਰਾਉਂ, ਆਕਾਸ਼ ਅਰੋੜਾ ਜੀ। ਸੋ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਸਾਰਿਆਂ ਦਾ।